सुशील दसांझ जुड़ गए ने, उन्हां नाल असीं करांगे भारत दीयां खबरां दे उत्ते चर्चा। सो सब तो पहलां असीं दसांझ साहब दा कर लईए स्वागत है दसांझ साहब तुहाडा जी प्रोग्राम दे विच। बहुत शुक्रिया जी, बहुत ਮਿਹਰਬਾਨੀ ਹਰਜੀਤ ਗਿੱਲ ਜੀ ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਦੀ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਆਦਾਬ ਤੇ ਨਮਸਕਾਰ ਜੀ ਹਰਜੀਤ ਗਿੱਲ ਜੀ। ਦਸਾਂਝ ਸਾਹਿਬ ਆਪਾਂ ਥੋੜ੍ਹੀ ਜਿਹੀ ਕਰੋਨਾ ਦੇ ਜਿਹੜੀਆਂ ਸਮੱਸਿਆਵਾਂ ਨੇ ਉਹ ਤੋਂ ਲੈ ਕੇ ਗੱਲ ਸ਼ੁਰੂ ਕਰਦੇ ਹਾਂ, ਫਿਰ ਆਪਾਂ ਹੋਰ ਕੁਝ ਗੱਲਾਂ ਤੁਹਾਡੇ ਨਾਲ ਕਰਾਂਗੇ ਸਾਂਝੀਆਂ। ਸਭ ਤੋਂ ਪਹਿਲਾਂ ਤਾਂ ਖਬਰ ਜਿਹੜੀ ਆ ਰਹੀ ਆ ਆਗਰਾ ਤੋਂ ਕਿ ਉੱਥੇ ਇੱਕ ਹਸਪੀਟਲ, ਪ੍ਰਾਈਵੇਟ ਹਸਪੀਟਲ ਨੇ ਮੌਕ ਡਰਿਲ ਕਰਕੇ ਆਕਸੀਜਨ ਬੰਦ ਕਰਕੇ ਲੋਕਾਂ ਦਾ ਲੈਵਲ ਚੈੱਕ ਕੀਤਾ ਆ ਕਿ ਕਿਸ ਤਰੀਕੇ ਨਾਲ ਉਹਨਾਂ ਦੀ ਕਿੰਨੀ ਕੁ ਲੋੜ ਆ ਉਹਨਾਂ ਦੀ ਆਕਸੀਜਨ ਦੀ। ਬੜੀ ਹੈਰਾਨੀ ਵਾਲੀ ਗੱਲ ਆ ਕਿ ਜਦੋਂ ਇੰਨੇ ਜੰਤਰ ਹੈਗੇ ਆ ਆਕਸੀਜਨ ਲੈਵਲ ਚੈੱਕ ਕਰਨ ਦੇ, ਔਰ ਇੱਕ ਹਸਪੀਟਲ ਹੈ ਸਾਇੰਟੀਫਿਕ ਵਿਧੀ ਨਾਲ ਬਣਿਆ ਹਸਪਤਾਲ ਆ, ਪ੍ਰਾਈਵੇਟ ਹਸਪੀਟਲ ਆ, ਲੋਕਾਂ ਕੋਲ ਇੰਨੇ ਪੈਸੇ ਲੈ ਰਿਹਾ, ਤੇ ਉੱਥੇ ਕੁਝ ਮੌਤਾਂ ਹੋਈਆਂ ਨੇ ਉਹਨਾਂ ਦੇ ਕਰਨ ਤੋਂ ਬਾਅਦ, ਤੇ ਹੁਣ ਉਸ ਹਸਪਤਾਲ ਨੂੰ ਸੀਲ ਕੀਤਾ ਗਿਆ। ਇਹ ਕੀ ਖਬਰ ਹੈ, ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ। ਦੇਖੋ, ਉੱਤਰ ਪ੍ਰਦੇਸ਼ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹੈ ਇਸ ਸਾਰੇ ਕਰੋਨਾ ਕਾਲ ਦੇ ਵਿੱਚ। ਸਭ ਤੋਂ ਜ਼ਿਆਦਾ ਇਫੈਕਟ ਜੇ ਕੋਈ ਹੋਇਆ ਤਾਂ ਉੱਤਰ ਪ੍ਰਦੇਸ਼ ਹੋਇਆ, ਜਿੱਥੇ ਬਹੁਤ ਚੀਜ਼ਾਂ ਲੁਕੋਈਆਂ ਗਈਆਂ। ਉਹ ਆ ਜਿਹੜੀਆਂ ਬਦ ਇੰਤਜ਼ਾਮੀਆਂ ਕਰਕੇ ਜਿਹੜੀਆਂ ਮੌਤਾਂ ਹੋਈਆਂ ਆਪਣੀ ਥਾਂ ਦੇ ਉੱਤੇ ਆ। ਕਿਵੇਂ ਗੰਗਾ ਤੇ ਯਮੁਨਾ ਦੇ ਵਿੱਚ ਜਿਹੜੀਆਂ ਡੈਡ ਬੋਡੀਜ਼ ਤੈਰ ਕੇ ਆਈਆਂ, ਕਿਵੇਂ ਇਹਨਾਂ ਨਦੀਆਂ ਦੇ ਤੱਟ ਜਿਹੜੇ ਆ ਕਬਰਸਤਾਨਾਂ ਦੇ ਵਿੱਚ ਤਬਦੀਲ ਹੋ ਗਏ, ਉਹ ਸਾਰੀਆਂ ਖਬਰਾਂ ਆਪਾਂ ਜਿਹੜੀਆਂ ਉਹਨਾਂ ਨਾਲ ਦੋ ਚਾਰ ਹੁੰਦੇ ਰਹੇ ਆ। ਇਹ ਜਿਹੜੀ ਖਬਰ ਹੈ ਆਗਰਾ ਦੀ, ਆਗਰਾ ਬਹੁਤ ਹਿਸਟੋਰੀਕਲ ਥਾਂ ਆ ਤੇ ਮੁਹੱਬਤ ਦੀ ਇਬਾਦਤ ਜਿਹੜੀ ਆ ਤਾਜ ਮਹਿਲ ਦੇ ਰੂਪ ਦੇ ਵਿੱਚ ਆਗਰੇ 'ਚ ਲਿਖੀ ਗਈ। ਉਸੇ ਆਗਰੇ ਦਾ ਇੱਕ ਪਾਰਸ ਹਸਪੀਟਲ ਹੈ, ਪ੍ਰਾਈਵੇਟ ਹਸਪੀਟਲ ਹੈ, ਤੇ ਉਸ ਹਸਪੀਟਲ ਦਾ ਜਿਹੜਾ ਮਾਲਕ ਹੈ ਤੇ ਸੰਚਾਲਕ ਹੈ, ਤੇ ਉਹਨੇ 5 ਅਪ੍ਰੈਲ ਨੂੰ, ਜਦੋਂ ਪੀਕ ਤੇ ਸੀ ਸਾਰਾ ਕੁਝ, ਜਦੋਂ ਖਾਸ ਤੌਰ ਤੇ ਸੈਕੰਡ ਵੇਵ ਜਿਹੜੀ ਭਾਰਤ ਦੇ ਵਿੱਚ ਤੇ ਸਪੈਸ਼ਲੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਤੇ ਆਗਰੇ ਵਿੱਚ ਵੀ ਪੀਕ ਤੇ ਸੀ, ਉਦੋਂ ਮੌਕ ਡਰਿਲ ਕੀਤੀ 5 ਮਿੰਟ ਵਾਸਤੇ। 95 ਉਦੋਂ ਉੱਥੇ ਮਰੀਜ਼ ਸੀਗੇ, 95 ਮਰੀਜ਼ ਸੀ, ਜਿਹਦੇ ਵਿੱਚੋਂ 22 ਮਰੀਜ਼ਾਂ ਦੀ ਉਹਨਾਂ 5 ਮਿੰਟਾਂ ਦੇ ਵਿੱਚ ਮੌਤ ਹੋ ਗਈ ਉਸ ਮੌਕ ਡਰਿਲ ਦੇ ਦੌਰਾਨ। ਤੇ ਉਦੋਂ ਤੋਂ ਬੜਾ ਇਹਦੇ ਤੇ ਵਿਵਾਦ ਸੀ, ਚਰਚਾ ਚੱਲ ਰਹੀ ਸੀ, ਪਰ ਕਿਸੇ ਕਿਸਮ ਦਾ ਕੋਈ ਐਕਸ਼ਨ ਨਹੀਂ ਸੀ। ਹੁਣ ਜਦੋਂ ਜ਼ਿਆਦਾ ਬਹੁਤ ਪ੍ਰੈਸ਼ਰ ਪਿਆ ਸਰਕਾਰ ਦੇ ਉੱਤੇ, ਉੱਤਰ ਪ੍ਰਦੇਸ਼ ਦੀ ਗਵਰਨਮੈਂਟ ਦੇ ਉੱਤੇ ਵੀ, ਤੇ ਓਵਰਆਲ ਜਿਹੜੇ ਲੋਕ ਨੇ ਉਹਨਾਂ ਨੇ ਵੀ ਗੱਲ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਚੁੱਕੀ ਹੈ। ਅਦਾਲਤ ਦਾ ਵੀ ਇਹਦੇ 'ਚ ਦਖਲ ਰਿਹਾ। ਉਸ ਤੋਂ ਬਾਅਦ ਹੁਣ ਸਰਕਾਰ ਨੇ ਜਿਹੜਾ ਆ ਉਹ ਹਸਪੀਟਲ ਨੂੰ ਸੀਲ ਕੀਤਾ ਤੇ ਨਾਲ ਉਹਦੇ ਤੇ ਕੇਸ ਦਰਜ ਕੀਤਾ। ਸਿਰਫ ਕੇਸ ਦਰਜ ਹੋਇਆ, ਹਾਲੇ ਉਹਦੀ ਗ੍ਰਿਫਤਾਰੀ ਨਹੀਂ ਹੋਈ। ਮਤਲਬ ਇਹ ਹੈ ਕਿ ਐਡਾ ਵੱਡਾ ਹਾਦਸਾ ਜਿਹੜਾ ਆ ਉਹਨੂੰ ਅੰਜਾਮ ਦਿੱਤਾ ਗਿਆ ਹੋਵੇ ਤੇ ਉਹਦੇ ਸੰਚਾਲਕ ਤੇ ਜਾਂ ਮਾਲਕ ਦੇ ਉੱਤੇ ਜਿਹੜਾ ਇਹਦੇ ਲਈ ਜ਼ਿੰਮੇਵਾਰ ਹੋਵੇ, ਉਹਦੇ ਤੇ ਕੋਈ 1.5 ਮਹੀਨੇ ਬਾਅਦ ਜਾਂ ਪੌਣੇ 2 ਮਹੀਨੇ ਬਾਅਦ ਕੇਸ ਦਰਜ ਹੁੰਦਾ ਹੋਵੇ ਤੇ ਨਾ ਉਹਦੀ ਗ੍ਰਿਫਤਾਰੀ ਹੋਈ ਹੋਵੇ ਤੇ ਹਸਪੀਟਲ ਵੀ ਹੁਣ ਸੀਲ ਕੀਤਾ ਗਿਆ ਹੋਵੇ, ਉਹਦੇ ਤੋਂ ਪਤਾ ਲੱਗ ਜਾਂਦਾ ਹੈ ਕਿ ਕਿੰਨੀ ਕੁ ਸੈਨੈਰਿਟੀ ਹੈਗੀ ਆ ਮਤਲਬ ਸਾਡੇ 'ਚ ਇਸ ਸਾਰੇ ਮਾਮਲਿਆਂ 'ਚ, ਕਿੰਨੇ ਕੁ ਅਸੀਂ ਸੰਵੇਦਨਸ਼ੀਲ ਹੈ, ਕਿੰਨੇ ਕੁ ਸੰਵੇਦਨਸ਼ੀਲ ਉੱਥੋਂ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਹੈ, ਤੇ ਹਾਲੇ ਵੀ ਕਿਸੇ ਕਿਸਮ ਦਾ ਕੋਈ ਬਹੁਤ ਸਖਤ ਕਿਸਮ ਦਾ ਐਕਸ਼ਨ ਉਹਦੇ ਤੇ ਨਹੀਂ ਦਿਖਾਈ ਦੇ ਰਿਹਾ। ਸੋ ਇਸ ਤਰ੍ਹਾਂ ਦੀ ਖਬਰ ਹੈ। ਨੈਤਿਕਤਾ ਜਾਂ ਕਹਿ ਲਓ ਸੰਵੇਦਨਸ਼ੀਲਤਾ ਜਿਹੜੀ ਆ ਉਹ ਕਿਤੇ ਵੀ ਦਿਖਾਈ ਨਹੀਂ ਦੇ ਰਹੀ, ਤੇ ਫਿਰ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਅਸੀਂ ਬੜਾ ਬਿਹਤਰ ਤੁਹਾਡੇ ਵਾਸਤੇ ਪ੍ਰਬੰਧ ਕਰ ਰਹੇ ਹਾਂ। ਬਹੁਤ ਨਮੋਸ਼ੀਜਨਕ ਖਬਰ ਹੈ। ਤੇ ਇਹਦੇ ਵਿੱਚ ਜੇ ਮੈਂ ਗੱਲ ਹੋਰ ਨਾਲ ਜੋੜਨੀ ਹੋਵੇ ਤਾਂ ਕੇਵਲ ਇਹ ਆਗਰੇ ਦਾ ਮਾਮਲਾ ਨਹੀਂ ਹੈ। ਮੌਕ ਡਰਿਲ ਤਾਂ ਚਲੋ ਉੱਥੇ ਹੋਈ ਹੈ, ਓਵਰਆਲ ਵੀ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੀਆਂ ਬਦ ਇੰਤਜ਼ਾਮੀਆਂ ਰਹੀਆਂ, ਤੇ ਉਹਦੇ ਨਾਲ ਨਾਲ ਇੱਕ ਬਲੈਕ ਮਾਰਕੀਟ ਜਿਹੜੀ ਆ ਉਹ ਉਸਰੀ ਪੂਰੀ ਦੀ ਪੂਰੀ ਪਿਛਲੇ 1.5 ਸਾਲ ਤੋਂ ਅਸੀਂ ਦੇਖ ਰਹੇ ਹਾਂ, ਤੇ ਉਹਦੇ ਖਿਲਾਫ ਵੀ ਕਿਸੇ ਕਿਸਮ ਦਾ ਕੋਈ ਐਕਸ਼ਨ ਦਿਖਾਈ ਨਹੀਂ ਦੇ ਰਿਹਾ। ਈਵਨ ਸਰਕਾਰਾਂ ਵੀ ਮੁਨਾਫਾਖੋਰੀ ਜਿਹੜੀਆਂ ਕਰਦੀਆਂ ਇਹਦੇ 'ਚ ਦਿਖਾਈ ਦਿੱਤੀਆਂ। ਕਰੋਨਾ ਕਾਲ ਦੇ ਵਿੱਚ ਦਵਾਈ ਦੇ ਨਾਂ ਦੇ ਉੱਤੇ ਮੁਨਾਫਾਖੋਰੀ, ਜਿੱਥੇ ਇੱਕ ਕਾਲਾਬਾਜ਼ਾਰੀ ਦੀਆਂ ਤਾਕਤਾਂ ਨੇ ਕੀਤੀਆਂ, ਉੱਥੇ ਸਰਕਾਰਾਂ ਨੇ ਵੀ ਮੁਨਾਫਾਖੋਰੀ ਕੀਤੀ, ਜਿਸ 'ਚ ਪੰਜਾਬ ਸਰਕਾਰ ਵੀ ਇਨਵੋਲਵ ਰਹੀ ਹੈ। ਖਾਸ ਤੌਰ 'ਤੇ ਵੈਕਸੀਨ ਘੁਟਾਲਾ ਤੇ ਫਿਰ ਫਤਿਹ ਕਿੱਟ ਵਾਲਾ ਮਾਮਲਾ ਵੀ ਸਾਡੇ ਸਾਹਮਣੇ ਜੀ। ਦਸਾਂਝ ਸਾਹਿਬ, ਯੂਪੀ ਦੀ ਗੱਲ ਸ਼ੁਰੂ ਕੀਤੀ ਆ ਤਾਂ ਉੱਥੋਂ ਦੀ ਸਿਆਸੀ ਖਬਰ ਅੱਜ ਕੱਲ੍ਹ ਜਿਹੜੇ ਆ ਰਾਜਨੀਤਿਕ ਹਲਕਿਆਂ 'ਚ ਬਹੁਤ ਚਰਚਾ 'ਚ ਆ ਕਿ ਆਦਿੱਤਿਆਨਾਥ ਜੋਗੀ ਰੀ ਜਿਸ ਤਰੀਕੇ ਨਾਲ ਉਹਨਾਂ ਨੂੰ ਬਣਾਇਆ ਗਿਆ ਸੀ ਰਾਤੋਂ ਰਾਤ ਉੱਥੋਂ ਦੇ ਮੁੱਖ ਮੰਤਰੀ, ਉਹ ਪਹਿਲਾਂ MP ਰਹੇ ਨੇ 2-3 ਵਾਰ,
ਪਰ ਹੁਣ ਉਹਨਾਂ ਦੀ ਜਿਹੜੀ ਰਾਜ ਭਾਗ ਚਲਾ ਰਹੀ ਜੋੜੀ ਆ ਅਮਿਤ ਸ਼ਾਹ ਤੇ ਮੋਦੀ ਰੀ, ਉਹਨਾਂ ਨਾਲ ਕਾਫੀ ਤਣਾਅਪੂਰਨ ਸਥਿਤੀ ਬਣੀ ਹੋਈ ਆ। ਔਰ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਇਹ ਕਾਟੋ ਕਲੇਸ਼, ਪੰਜਾਬ ਵਰਗਾ ਕਾਟੋ ਕਲੇਸ਼ ਜਿਹੜਾ ਉੱਥੇ ਚੱਲਿਆ ਹੋਇਆ, ਇਹ ਖਬਰ ਦੇ ਪਿੱਛੇ ਕੀ ਸੱਚਾਈ ਲੱਗਦੀ ਆ? ਕਿਹਾ ਜਾਂਦਾ ਹੈ ਕਿ RSS ਕਿਤੇ ਨਾ ਕਿਤੇ ਯੋਗੀ ਆਦਿੱਤਿਆਨਾਥ ਇਹਨਾਂ ਦੀ ਪਿੱਠ ਪੂਰ ਰਹੀ ਆ, ਔਰ ਉਹ ਭਵਿੱਖ ਦਾ ਲੀਡਰ ਆਪਣਾ ਉਹਨਾਂ ਨੂੰ ਬਣਾਉਣ ਦੇ ਯਤਨਾਂ ਦੇ ਵਿੱਚ ਸੀਗੀ। ਤੇ ਜਿਹੜੀ ਅਮਿਤ ਸ਼ਾਹ ਮੋਦੀ ਦੀ ਜੋੜੀ ਆ, ਉਹਨਾਂ ਨਾਲ ਉਹਨਾਂ ਦਾ ਕਾਫੀ ਜ਼ਿਆਦਾ ਖਲਾਰਾ ਪੈ ਗਿਆ। ਕਿਤੇ ਵੀ ਯੂਪੀ 'ਚ ਜਿਹੜੇ ਸਰਕਾਰੀ ਇਸ਼ਤਿਹਾਰ ਹੁੰਦੇ ਉਹ 'ਚ ਮੋਦੀ ਦੀ ਅਮਿਤ ਸ਼ਾਹ ਦੀ ਫੋਟੋ ਨਹੀਂ ਲੱਗ ਰਹੀ। ਕੁਝ MLA 234 ਪਤਾ ਨਹੀਂ ਕਿੰਨਿਆਂ ਦੇ ਸਾਈਨ ਕਰਾਈ ਫਿਰਦੇ ਆ ਅਮਿਤ ਸ਼ਾਹ ਰੀ। ਉਹਨਾਂ ਦਾ ਜਿਹੜਾ ਯੂਪੀ ਦਾ ਪ੍ਰਭਾਵੀ ਆ, ਉਹ ਆ ਕੇ ਗਵਰਨਰ ਨੂੰ ਕੋਈ ਚਿੱਠੀ ਦੇ ਗਿਆ ਬੰਦ ਲਿਫਾਫੇ 'ਚ। ਕਈ ਤਰ੍ਹਾਂ ਦੀਆਂ ਕਿਆਸਰਾਈਆਂ ਚੱਲ ਰਹੀਆਂ ਨੇ। ਕੀ ਤੁਹਾਨੂੰ ਲੱਗਦਾ ਹੈ ਕਿ ਉੱਥੇ ਯੂਪੀ 'ਚ ਵੀ ਭਾਰਤੀ ਜਨਤਾ ਪਾਰਟੀ ਦਾ, ਕਿਉਂਕਿ ਬਹੁਤ ਨੇੜੇ ਇਲੈਕਸ਼ਨ ਆ, ਖਲਾਰਾ ਪੈ ਸਕਦਾ ਆ, ਜਾਂ RSS ਦੀ ਕੀ ਪਾਲਿਸੀ ਆ, ਜਾਂ ਕੀ ਚੱਲ ਰਿਹਾ ਪਰਦੇ ਦੇ ਪਿੱਛੇ? ਦੇਖੋ, ਫੈਸਲਾ ਤਾਂ ਭਾਰਤੀ ਜਨਤਾ ਪਾਰਟੀ ਦੀ ਵਰਕਿੰਗ ਜਿਹੜੀ ਕਮੇਟੀ ਹੈਗੀ ਆ, ਫਾਈਨਲੀ ਉਹਨੇ ਕਰਨਾ ਹੈ। ਪਰ ਉਹ ਫੈਸਲਾ ਕਰਨ ਤੋਂ ਪਹਿਲੇ RSS ਦਾ ਫੈਸਲਾ ਯੂਪੀ ਦੇ ਵਿੱਚ ਲਾਗੂ ਹੁੰਦਾ ਦਿਖਾਈ ਦੇ ਰਿਹਾ। RSS ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਲਗਾਤਾਰ ਮੀਟਿੰਗਾਂ ਕੀਤੀਆਂ ਇਸ ਇਸ਼ੂ ਦੇ ਉੱਤੇ। ਬੜਾ ਇਸ ਗੱਲ ਦੀ ਚਿੰਤਾ ਪ੍ਰਗਟ ਕੀਤੀ ਗਈ ਵੀ ਕਰੋਨਾ ਕਾਲ ਦੇ ਵਿੱਚ ਸਰਕਾਰ ਜਿਹੜੀ ਹੈ, ਉਹਨੇ ਜਿਸ ਤਰੀਕੇ ਦੇ ਨਾਲ ਕਰੋਨਾ ਕਾਲ ਨਾਲ ਸਿੱਝਣ ਦੀ ਕੋਸ਼ਿਸ਼ ਕੀਤੀ ਹੈ, ਉਹ ਕੋਈ ਬਹੁਤੀ ਸਫਲ ਨਹੀਂ ਹੋ ਸਕੀ। ਤੇ ਇਹਦਾ ਅਸਰ ਜਿਹੜਾ ਆ ਉਹ ਸਾਰੇ ਦੇਸ਼ ਤੇ ਆਮ ਬੰਦੇ ਤੇ ਪਿਆ, ਖਾਸ ਤੌਰ ਤੇ ਜਦੋਂ ਵੋਟਾਂ ਦਾ ਵੇਲਾ ਆਇਆ ਤੇ ਜਿਹੜੀਆਂ 5 ਵਿਧਾਨ ਸਭਾ ਦੀਆਂ ਚੋਣਾਂ ਵੀ ਹੋਈਆਂ, ਤੇ ਉਹਦੇ 'ਚ ਪੱਛਮੀ ਬੰਗਾਲ ਦੇ ਵਿੱਚ ਜਿਹੜੀ ਜਿਸ ਕਿਸਮ ਦੀ ਜਿੱਤ ਜਿਹੜੀ ਕਿਆਸ ਕੀਤੀ ਹੋਈ ਸੀ, ਉਹਦੇ ਉਲਟ ਸਾਰਾ ਕੁਝ ਵਾਪਰ ਗਿਆ। ਇਹਨੂੰ ਲੈ ਕੇ RSS ਜਿਹੜਾ ਲਗਾਤਾਰ ਐਕਟਿਵ ਸੀ ਤੇ ਮੀਟਿੰਗ ਦਰ ਮੀਟਿੰਗ ਕਰ ਰਿਹਾ ਸੀ। 2 ਦਿਨ ਦੀ ਮੀਟਿੰਗ ਹੁਣ ਦਿੱਲੀ 'ਚ ਫੇਰ ਹੋਈ, ਜਿਹਦੇ 'ਚ ਮੋਹਨ ਭਾਗਵਤ ਵੀ ਸਪੈਸ਼ਲੀ ਹਾਜ਼ਰ ਸੀਗੇ, ਤੇ ਉਹਦੇ 'ਚ ਕੁਝ ਫੈਸਲੇ ਹੋਏ ਨੇ। ਫੈਸਲੇ ਕੁਝ ਇਸ ਕਿਸਮ ਦੇ ਨੇ, ਯਾਨੀ ਕੱਲ ਤੋਂ ਪਹਿਲਾਂ ਜਾਂ ਪਰਸੋਂ ਤੋਂ ਪਹਿਲਾਂ ਤਾਂ ਇਹ ਸੋਚਿਆ ਜਾ ਰਿਹਾ ਸੀ ਵੀ ਸ਼ਾਇਦ ਯੋਗੀ ਆਦਿੱਤਿਆਨਾਥ ਨੂੰ ਬਦਲ ਕੇ ਕੋਈ ਹੋਰ ਚਿਹਰਾ ਜਿਹੜਾ ਆ ਮੁੱਖ ਮੰਤਰੀ ਦਾ ਸ਼ਾਇਦ ਭਾਰਤੀ ਜਨਤਾ ਪਾਰਟੀ ਵੱਲੋਂ ਹੋਏਗਾ। ਪਰ RSS ਵੱਲੋਂ 2 ਟੁਕ ਕਹਿ ਦਿੱਤਾ ਗਿਆ ਹੈ ਕਿ ਅਸੀਂ ਪਹਿਲੀ ਗੱਲ ਤਾਂ ਇਹ ਵੀ ਇਲੈਕਸ਼ਨ ਜਿਹੜੀ ਹੈ ਉੱਤਰ ਪ੍ਰਦੇਸ਼ ਦੇ ਵਿੱਚ ਹਿੰਦੂਤਵ ਦੇ ਏਜੰਡੇ ਤੇ ਹੀ ਲੜਨੀ ਹੈ, ਇਸ ਕਰਕੇ ਸਾਡਾ ਚਿਹਰਾ ਆ ਆਦਿੱਤਿਆਨਾਥ ਯੋਗੀ ਹੀ ਰਹੇਗਾ। ਦੂਜਾ ਬੜਾ ਅਹਿਮ ਫੈਸਲਾ ਉਹਨਾਂ ਨੇ ਕੀਤਾ ਵੀ ਇਸ ਵਾਰ, ਜਿੱਦਾਂ ਤੁਸੀਂ ਸਵਾਲ ਦੇ ਵਿੱਚ ਵੀ ਜ਼ਿਕਰ ਕੀਤਾ, ਇਹ RSS ਦਾ ਫੈਸਲਾ ਹੈ ਕਿ ਇਸ ਵਾਰ ਜਿਹੜਾ ਆ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਚਿਹਰੇ ਵਰਤੇ ਜਾਣੇ ਆ, ਉਹਦੇ 'ਚ ਪੋਸਟਰਾਂ ਦੇ ਵਿੱਚ ਵੀ, ਬੈਨਰਾਂ ਦੇ ਵਿੱਚ ਵੀ, ਕੰਪੇਨ ਦੇ ਵਿੱਚ ਵੀ ਨਰਿੰਦਰ ਮੋਦੀ ਦਾ ਚਿਹਰਾ ਨਹੀਂ ਵਰਤਿਆ ਜਾਏਗਾ। ਉੱਥੇ ਚਿਹਰੇ ਵਰਤੇ ਜਾਣਗੇ ਯੋਗੀ ਆਦਿੱਤਿਆਨਾਥ, ਉਹਦੇ ਨਾਲ ਜਿਹੜੇ ਉੱਥੋਂ ਦੇ ਇੰਚਾਰਜ ਨੇ ਭਾਰਤੀ ਜਨਤਾ ਪਾਰਟੀ ਦੇ, ਫਿਰ ਇੱਕ ਮਿਸਟਰ ਮੌਰੀਆ ਜਿਹੜੇ ਡਿਪਟੀ CM ਹੈ, ਖੁਦ ਡਿਪਟੀ CM ਹੈ, 4-5 ਚਿਹਰੇ ਉੱਥੇ ਵਰਤੇ ਜਾਣਗੇ। ਤੇ ਇੱਕ ਉੱਥੋਂ ਦਾ ਪ੍ਰੈਜ਼ੀਡੈਂਟ ਹੈ ਜਿਹੜਾ ਸੁਤੰਤਰ ਸਿੰਘ ਹੈ, ਸ਼ਾਇਦ ਉਹਦਾ ਨਾਮ, ਭਾਰਤੀ ਜਨਤਾ ਪਾਰਟੀ ਦਾ, ਵੀ ਇਹੀ ਚਿਹਰੇ ਵਰਤੇ ਜਾਣਗੇ, ਨਰਿੰਦਰ ਮੋਦੀ ਨੂੰ ਨਹੀਂ ਵਰਤਿਆ ਜਾਏਗਾ। ਲੌਜਿਕ ਇਹਦਾ ਇਹ ਦੇ ਰਹੀ ਹੈ RSS ਵੀ ਇਹਦੇ ਨਾਲ ਨਰਿੰਦਰ ਮੋਦੀ ਦਾ ਅਕਸ ਜਿਹੜਾ ਆ ਉਹਨੂੰ ਧੱਕਾ ਲੱਗਦਾ ਹੈ ਤੇ ਉਹ ਧੁੰਦਲਾ ਹੁੰਦਾ ਹੈ। ਹਵਾਲਾ ਉਹਨਾਂ ਨੇ ਦਿੱਤਾ ਆ ਪੱਛਮੀ ਬੰਗਾਲ ਦਾ ਵੀ ਤੇ 2015 ਦੀ ਇਲੈਕਸ਼ਨ ਬਿਹਾਰ ਦਾ ਵੀ। ਉਹਨਾਂ ਨੇ ਕਿਹਾ ਕਿ ਬਿਹਾਰ 'ਚ 2015 ਜਿਹੜੀ ਇਲੈਕਸ਼ਨ ਹੋਈ ਆ, ਉਦੋਂ ਨਤੀਸ਼ ਕੁਮਾਰ ਦੇ ਮੁਕਾਬਲੇ 'ਚ ਜਦੋਂ ਚਿਹਰਾ ਵਰਤਿਆ ਜਾ ਰਿਹਾ ਸੀ ਨਰਿੰਦਰ ਮੋਦੀ ਦਾ, ਤਾਂ ਉਹਦਾ ਬੜਾ ਵੱਡਾ ਨੁਕਸਾਨ ਹੋਇਆ, ਨਰਿੰਦਰ ਮੋਦੀ ਦਾ ਅਕਸ ਧੁੰਦਲਾ ਹੋਇਆ। ਫਿਰ ਉਹਨਾਂ ਨੇ ਕਿਹਾ ਕਿ 5 ਸੂਬਿਆਂ 'ਚ ਜਿਵੇਂ ਨਰਿੰਦਰ ਮੋਦੀ ਨੂੰ ਹੀ ਜਿਹੜਾ ਸਟਾਰ ਪ੍ਰਚਾਰਕ ਦੇ ਤੌਰ ਤੇ ਵਰਤਿਆ ਗਿਆ ਤੇ ਚਿਹਰਾ ਵੀ ਉਹੀ ਵਰਤਿਆ ਗਿਆ, ਤਾਂ ਸਪੈਸ਼ਲੀ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਨੇ ਫਿਰ ਜਿਹੜਾ ਹਮਲਾ ਸੀ ਉਹ ਸਿੱਧਾ ਨਰਿੰਦਰ ਮੋਦੀ ਨੂੰ ਟਾਰਗੇਟ ਕਰਕੇ ਕੀਤਾ, ਤੇ ਇਸ ਕਰਕੇ ਨਰਿੰਦਰ ਮੋਦੀ ਦਾ ਜਿਹੜਾ ਅਕਸ ਹੈ ਉਹ ਧੁੰਦਲਾ ਹੋਇਆ, ਉਹਨਾਂ ਦੀ ਲੋਕਪ੍ਰਿਅਤਾ ਡਿੱਗੀ ਹੈ। ਤੇ ਜਿਹੜੀਆਂ ਜਦੋਂ ਤੁਸੀਂ ਸਟੇਟਾਂ ਦੇ ਵਿੱਚ PM ਨੂੰ ਵੀ ਭੇਜ ਦਿੰਦੇ ਹੋ, ਤੇ ਸਟੇਟ ਲੀਡਰ ਜਿਹੜਾ ਕਿਸੇ ਵਿਰੋਧੀ ਪਾਰਟੀ ਦਾ, ਉਹਦੇ ਮੁਕਾਬਲੇ PM ਨਰਿੰਦਰ ਮੋਦੀ, ਤੇ ਉਹ ਜਿਹੜਾ ਮੁਕਾਬਲਾ ਹੁੰਦਾ ਤੇ ਉਹਦੇ 'ਚ ਜਿਹੜੀਆਂ ਸਟੇਟ ਦੀ ਲੀਡਰਸ਼ਿਪ ਵਿਰੋਧੀ ਧਿਰ ਦੀ ਹੁੰਦੀ ਹੈ, ਉਹ ਜ਼ਿਆਦਾ ਤਿੱਖੀ ਹਮਲਾਵਰ ਹੋ ਜਾਂਦੀ ਹੈ ਨਰਿੰਦਰ ਮੋਦੀ ਦੇ ਖਿਲਾਫ, ਜਿਹਦੇ ਨਾਲ ਨਰਿੰਦਰ ਮੋਦੀ ਦਾ ਨੁਕਸਾਨ ਹੁੰਦਾ, ਉਹਦਾ ਜਿਹੜਾ ਇੱਕ ਲੋਕਪ੍ਰਿਆ ਇੱਕ ਦਿੱਖ ਬਣੀ ਹੁੰਦੀ ਆ, ਉਹਦੇ 'ਚ ਗਿਰਾਵਟ ਆਉਂਦੀ ਹੈ। ਇਹ ਲੌਜਿਕ ਦਿੱਤਾ RSS ਨੇ। ਇਹ ਕਿਹਾ ਕਿ ਸਾਡੇ ਜਿਹੜਾ ਆ ਉਹ ਹੁਣ ਹੋਏ ਉੱਥੇ ਯੋਗੀ ਆਦਿੱਤਿਆਨਾਥ ਹੀ ਉੱਤਰ ਪ੍ਰਦੇਸ਼ ਦੇ ਵਿੱਚ, ਜਦ ਕਿ ਜਿਹੜੀਆਂ ਖਬਰਾਂ ਆ ਰਹੀਆਂ, ਜਿੱਦਾਂ ਤੁਸੀਂ 234 ਦਾ ਜ਼ਿਕਰ ਕੀਤਾ, ਵੀ ਉੱਥੇ ਸਪੈਸ਼ਲੀ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਜਿਹੜੇ ਆ, ਉਹ ਕੁਝ MLAs ਜਿਹੜੇ ਆ ਉਹਨਾਂ ਨੂੰ ਇਸ ਢੰਗ ਦੇ ਨਾਲ
ਕਹਿ ਲਓ ਵੀ ਆਰਗੇਨਾਈਜ਼ ਕਰ ਰਹੇ ਆ ਜਿਹੜੇ ਯੋਗੀ ਆਦਿੱਤਿਆਨਾਥ ਦੇ ਖਿਲਾਫ ਬਗਾਵਤੀ ਰੌਂਚ ਹੈ। ਸੋ ਭਾਵੇਂ ਹਾਲੇ ਭਾਰਤੀ ਜਨਤਾ ਪਾਰਟੀ ਦਾ ਇਹ ਫੈਸਲਾ ਨਹੀਂ ਹੈ ਵੀ ਯੋਗੀ ਆਦਿੱਤਿਆਨਾਥ ਹੀ ਉੱਥੇ ਹੋਣਗੇ ਸੀਐਮ ਦੇ ਕੈਂਡੀਡੇਟ, ਪਰ ਆਰਐਸਐਸ ਫੈਸਲਾ ਕਰ ਚੁੱਕੀ ਹੈ। ਫਿਰ ਕੀ ਇਹਦਾ ਮਤਲਬ ਇਹ ਸਮਝਿਆ ਜਾ ਸਕੇ ਵੀ ਨਰਿੰਦਰ ਮੋਦੀ ਦੇ ਪ੍ਰਤੀ ਜਿਹੜੀ ਆ ਆਰਐਸਐਸ ਦੀ ਜਿਹੜੀ ਸੋਚ ਹੈ ਉਹਦੇ 'ਚ ਕਿਤੇ ਨਾ ਕਿਤੇ ਬਦਲਾਅ ਆ ਰਿਹਾ। ਭਾਵੇਂ ਕਹਿਣ ਨੂੰ ਉਹ ਕਹਿ ਰਿਹਾ ਕਿ ਨਰਿੰਦਰ ਮੋਦੀ ਦਾ ਅਕਸ ਅਸੀਂ ਧੁੰਦਲਾ ਨਹੀਂ ਕਰਨ ਦੇਣਾ, ਇਸ ਕਰਕੇ ਅਸੀਂ ਉਹਨਾਂ ਨੂੰ ਬਚਾ ਕੇ ਰੱਖਣਾ ਚਾਹੁੰਦੇ ਹਾਂ, ਜਾਂ ਰਿਐਲਿਟੀ ਦੇ ਵਿੱਚ ਉਹ ਹਿੰਦੂਤਵ ਦੀ ਜਿਹੜੀ ਰਾਜਨੀਤੀ ਆ, ਕੱਟੜ ਕਿਸਮ ਦੀ ਜਿਹੜੀ ਰਾਜਨੀਤੀ ਹੈ, ਉਹਨੂੰ ਹਵਾ ਦੇ ਕੇ ਪੈਰਲਲ ਯੋਗੀ ਆਦਿੱਤਿਆਨਾਥ ਨੂੰ ਜਿਹੜਾ ਆ ਉਹ ਤਿਆਰ ਕਰ ਰਹੇ ਆ। ਸੋ ਇਹ ਸਿਚੁਏਸ਼ਨ ਕੁਝ ਇਸ ਕਿਸਮ ਦੀ ਹੈ। ਇਹਦੇ 'ਚ ਮੈਨੂੰ ਲੱਗਦਾ ਹੈ ਕਿ ਇੱਕ ਟਕਰਾਅ ਦੀ ਸਥਿਤੀ ਆਉਣ ਵਾਲੇ ਦਿਨਾਂ 'ਚ ਆਉਣੀ ਹੈ, ਕਿਉਂਕਿ 36 ਦੇ ਕਰੀਬ ਜਿਹੜੇ ਐਮਪੀ ਵੀ ਹੈ ਉਹਨਾਂ ਨੇ ਵੀ ਲਿਖ ਕੇ ਦਿੱਤਾ ਆ ਯੋਗੀ ਆਦਿੱਤਿਆਨਾਥ ਦੇ ਖਿਲਾਫ ਵੀ ਜੇ ਇਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਚੋਣ ਲੜੀ ਤਾਂ ਅਸੀਂ ਯੂਪੀ ਹਾਰ ਜਾਵਾਂਗੇ। ਜਦ ਕਿ ਆਰਐਸਐਸ ਨੂੰ ਲੱਗਦਾ ਹੈ ਕਿ ਬਾਕੀ ਸਾਰੇ ਇਸ਼ੂ ਸਾਈਡ ਤੇ ਰੱਖ ਕੇ ਜਿਹੜਾ ਮੰਦਿਰ ਦਾ ਇਸ਼ੂ ਆ ਜਾਂ ਹਿੰਦੂਤਵ ਦਾ ਕੱਟੜਵਾਦੀ ਜਿਹੜਾ ਰਵੱਈਆ ਆ ਉਹ ਫੇਰ ਤੋਂ ਅਪਣਾ ਕੇ ਜਿਹੜਾ ਆ ਅਸੀਂ ਇਲੈਕਸ਼ਨ ਯੂਪੀ 'ਚ ਜਿੱਤ ਸਕਦੇ ਹਾਂ। ਤੇ ਉੱਥੇ ਫਿਰ ਪੋਸਟਰ ਬੁਆਏ ਦੇ ਤੌਰ ਦੇ ਉੱਤੇ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਨੂੰ ਨਹੀਂ ਵਰਤਿਆ ਜਾਏਗਾ, ਸਿਰਫ ਯੋਗੀ ਆਦਿੱਤਿਆਨਾਥ ਨੂੰ ਹੀ ਵਰਤਿਆ ਜਾਏਗਾ। ਤੁਹਾਨੂੰ ਯਾਦ ਹੋਏਗਾ ਕਿ ਜਦੋਂ ਗੁਜਰਾਤ ਦੇ ਵਿੱਚ ਸੀਗੇ ਨਰਿੰਦਰ ਮੋਦੀ, ਉਹਨਾਂ ਨੂੰ ਜਦੋਂ ਸੈਂਟਰ 'ਚ ਲਿਆਂਦਾ ਗਿਆ ਜਾਂ ਦਿੱਲੀ ਦੇ ਤਖਤ ਵੱਲ ਨੂੰ ਵਧਾਇਆ ਗਿਆ ਤੇ ਉਦੋਂ ਗੁਜਰਾਤ ਮਾਡਲ ਦੀ ਚਰਚਾ ਹੁੰਦੀ ਰਹੀ। ਉਦੋਂ ਪੋਸਟਰ ਬੁਆਏ ਕੌਣ ਹੁੰਦਾ ਸੀ? ਉਦੋਂ ਭਾਰਤੀ ਜਨਤਾ ਪਾਰਟੀ ਦਾ ਪੋਸਟਰ ਬੁਆਏ ਅਚਾਨਕ ਬਦਲਿਆ, ਅਡਵਾਨੀ ਦੀ ਥਾਂ ਤੇ ਜਿਹੜੇ ਨਰਿੰਦਰ ਮੋਦੀ ਨੂੰ ਪੋਸਟਰ ਬੁਆਏ ਬਣਾ ਦਿੱਤਾ ਗਿਆ। ਅਡਵਾਨੀ ਨੂੰ ਹੌਲੀ ਹੌਲੀ ਸਾਈਡ ਤੇ ਕਰ ਦਿੱਤਾ ਗਿਆ। ਉਹਨਾਂ ਨੂੰ ਲੱਗਾ ਕਿ ਜਿਸ ਤੇਜ਼ੀ ਦੇ ਨਾਲ ਸਾਡੀ ਜ਼ਰੂਰਤ ਹੈ ਹਿੰਦੂਤਵ ਦੀ ਰਾਜਨੀਤੀ ਭਾਰਤ 'ਚ ਜਿਹੜੀ ਹੈ ਇੰਪੋਜ਼ ਕਰਨ ਦੀ, ਉਹ ਨਰਿੰਦਰ ਮੋਦੀ ਸ਼ਾਇਦ ਕਰ ਸਕਦੇ ਆ। ਹੁਣ ਉਹਨਾਂ ਨੂੰ ਸ਼ਾਇਦ ਇਹ ਲੱਗ ਰਿਹਾ ਹੈ ਕਿ ਨਰਿੰਦਰ ਮੋਦੀ ਦੀ ਥਾਂ ਦੇ ਉੱਤੇ ਜ਼ਿਆਦਾ ਤਿੱਖੇ ਰੂਪ ਦੇ ਵਿੱਚ ਸਾਡੀ ਪੋਲਿਟਿਕਸ ਜਿਹੜੀ ਹੈ, ਆਰਐਸਐਸ ਦੀ ਪੋਲਿਟਿਕਸ, ਉਹਨੂੰ ਜਿਹੜਾ ਅਪਲਾਈ ਕਰ ਸਕਦਾ ਜੇ ਕੋਈ ਦੇਸ਼ ਦੇ ਵਿੱਚ, ਤਾਂ ਆਦਿੱਤਿਆਨਾਥ ਯੋਗੀ ਹੈ। ਸੋ ਇੱਕ ਦੋ ਪੋਲ ਜਿਹੇ ਆ ਉੱਭਰਦੇ ਦਿਖਾਈ ਦੇ ਰਹੇ ਆ। ਬਾਕੀ ਭਾਰਤੀ ਜਨਤਾ ਪਾਰਟੀ ਦਾ ਆਫੀਸ਼ੀਅਲੀ ਇਹਦੇ ਤੇ ਹਾਲੇ ਕੋਈ ਫੈਸਲਾ ਦਿਖਾਈ ਦੇ ਦਿੱਤਾ। ਦਸਾਂਝ ਸਾਹਿਬ, ਆਰਐਸਐਸ ਦੀ ਜਿਹੜੀ ਪਾਲਿਸੀ ਆ, ਜਦੋਂ ਤੋਂ ਬੀਜੇਪੀ ਥੋੜੀ ਜਿਹੀ ਸਟਰੈਂਥ 'ਚ ਆਈ ਆ, ਜਦੋਂ ਜਨਤਾ ਪਾਰਟੀ ਦੀ ਸਰਕਾਰ ਟੁੱਟ ਗਈ, ਇਹਨਾਂ ਬੀਜੇਪੀ ਬਣਾ ਲਈ, ਤੇ ਉਸ ਤੋਂ ਬਾਅਦ ਸਟੈਪ ਬਾਈ ਸਟੈਪ, ਜਿੱਦਾਂ ਪਹਿਲਾਂ ਥੋੜਾ ਜਿਹਾ ਲਿਬਰਲ ਚਿਹਰਾ ਇਹਨਾਂ ਅੱਗੇ ਲਿਆਂਦਾ ਵਾਜਪਾਈ ਹੋਰਾਂ ਦਾ, ਤੇ ਮੋਦੀ ਉਹਨਾਂ ਆਪਣੇ ਉਦੋਂ ਅਡਵਾਨੀ ਰੀ ਕਾਫੀ ਜ਼ਿਆਦਾ ਕੱਟੜ ਗਿਣੇ ਜਾਂਦੇ ਸੀ ਉਸ ਸਮੇਂ ਦੇ ਵਿੱਚ, ਪਰ ਇਹਨਾਂ ਨੇ ਪਹਿਲੇ ਸਟੈਪ ਵਜੋਂ ਵਾਜਪਾਈ ਨੂੰ ਅੱਗੇ ਲਿਆਂਦਾ, ਫਿਰ ਅਡਵਾਨੀ ਵਰਗਾ ਕੱਟੜ ਚਿਹਰਾ ਪਿੱਛੇ ਕਰਕੇ ਉਸ ਤੋਂ ਵੀ ਤੇਜ਼ ਤਰਾਰ ਲੀਡਰ ਜਿਹੜਾ ਸੀਗਾ, ਜਿਹੜਾ ਹਿੰਦੂਤਵ ਦੇ ਏਜੰਡੇ ਨੂੰ ਲਾਗੂ ਕਰ ਸਕਦਾ ਸੀ, ਮੋਦੀ ਜਿਵੇਂ ਤੁਸੀਂ ਦੱਸਿਆ ਹੀ ਆ, ਉਹਨੂੰ ਪ੍ਰਮੋਟ ਕੀਤਾ। ਤੇ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹਦੇ ਤੋਂ ਵੀ ਅਗਲਾ ਪਾਸਾ ਜਿਹੜਾ ਆਮ ਲੋਕਾਂ ਨੂੰ ਲੱਗ ਰਿਹਾ ਕਿ ਖਤਰਨਾਕ ਰੁਝਾਨ ਹੈ ਕਿ ਆਦਿੱਤਿਆਨਾਥ ਜੋਗੀ ਵਰਗੇ ਬੰਦੇ ਨੂੰ, ਹਾਲਾਂਕਿ ਕਿਹਾ ਤੇ ਜਾਂਦਾ ਹੈ ਕਿ ਉਹ ਬੀਐਸਸੀ ਸਾਇੰਸ ਦਾ ਰਿਹਾ ਵਾ ਜੀ, ਆਪਣਾ ਸਟੂਡੈਂਟ ਔਰ ਪੜ੍ਹਿਆ ਲਿਖਿਆ ਹੈ, ਇੱਕ ਮੱਠ ਚਲਾਉਂਦਾ ਸੀਗਾ, ਪਰ ਉਸ ਵਿਅਕਤੀ ਨੇ ਜਿਸ ਤਰੀਕੇ ਨਾਲ ਰਾਜ ਸੱਤਾ ਚਲਾਈ ਹੈ ਯੂਪੀ ਦੀ, ਉਹ ਬੜੀ ਹੀ ਅਜੀਬ ਤਰ੍ਹਾਂ ਦੀ ਹੈ ਕਿ ਕੋਈ ਐਸ ਡੈਮੋਕ੍ਰੈਟਿਕ ਏਜ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਸੋਚ ਸਕਦਾ। ਤੇ ਕੀ ਇਸ ਤਰ੍ਹਾਂ ਦਾ ਜਿਹੜਾ ਇਹ ਉਹਨਾਂ ਦਾ ਏਜੰਡਾ ਆ, ਨਰੋਲ ਹਿੰਦੂ ਧਰਮ ਨੂੰ ਲੈ ਕੇ ਚੱਲਣਾ, ਇਹ ਉਹਨਾਂ ਨੂੰ ਖੁਦ ਹੀ ਨਹੀਂ ਲੈ ਡੁੱਬੂਗਾ? ਤੁਹਾਨੂੰ ਲੱਗਦਾ ਇਸ ਵਾਰ ਬਦਲੇ ਹੋਏ ਹਾਲਾਤਾਂ ਦੇ ਵਿੱਚ? ਉਹ ਦੋ ਗੱਲਾਂ ਨੇ ਜੀ ਇਹਦੇ 'ਚ। ਪਹਿਲੀ ਗੱਲ ਤਾਂ ਤੁਹਾਡੀ ਜਿਹੜੀ ਇਹ ਗੱਲ ਬਿਲਕੁਲ ਠੀਕ ਹੈ। ਨਿਰੋਲ ਹਿੰਦੂਤਵ ਦੀ ਜਿਹੜੀ ਪੋਲਿਟਿਕਸ ਹੈ ਉਹ ਜਿਵੇਂ ਸਾਰੇ ਦੇਸ਼ ਦੇ ਉੱਤੇ ਜਿਹੜੀ ਹੈ ਉਸ ਢੰਗ ਨਾਲ ਇੰਪੋਜ਼ ਨਹੀਂ ਕੀਤੀ ਜਾ ਸਕਦੀ, ਪਰ ਕੁਝ ਸੋਸ਼ਲ ਇੰਜੀਨੀਅਰਿੰਗ ਦੇ ਨਾਂ ਦੇ ਉੱਤੇ ਯੂਪੀ ਦੀ ਗੱਲ ਮੈਂ ਪਹਿਲਾਂ ਕਰ ਰਿਹਾ ਬਈ ਸ਼ਾਇਦ ਆਰਐਸਐਸ ਸੋਚ ਰਹੀ ਹੈ ਵੀ ਜਿੱਦਾਂ ਇੱਕ ਗੋਰਖਨਾਥ ਦੀ ਪੀਠ ਹੈ, ਗੋਰਖਨਾਥ ਦੀ ਪੀਠ ਦਾ ਇਹ ਜਿਹੜਾ ਚੀਫ ਹੈ, ਇਹ ਜਿਹੜਾ ਯੋਗੀ ਆਦਿੱਤਿਆਨਾਥ ਹੈ, ਤੇ ਉਹਦਾ ਇੱਕ ਕਾਫੀ ਅਸਰ ਰਸੂਖ ਹੈ। ਤੇ ਲੱਗਦਾ ਇਹ ਹੈ ਕਿ ਆਰਐਸਐਸ ਨੂੰ ਵੀ ਸ਼ਾਇਦ ਉਹ ਸਾਰੀਆਂ ਚੀਜ਼ਾਂ ਕਰਕੇ ਵੀ ਉਹ ਸ਼ਾਇਦ ਇੱਕ ਉੱਤਰ ਪ੍ਰਦੇਸ਼ ਦੇ ਵਿੱਚ ਸਾਖ ਜਿਹੜੀ ਹੈ ਯੋਗੀ ਆਦਿੱਤਿਆਨਾਥ ਆਪਣੀ ਬਚਾ ਸਕਦੇ ਆ ਜਾਂ ਬੀਜੇਪੀ ਨੂੰ ਅੱਗੇ ਲੈ ਕੇ ਜਾ ਸਕਦੇ ਆ। ਦੂਜੀ ਇੱਕ ਸੋਸ਼ਲ ਇੰਜੀਨੀਅਰਿੰਗ ਇਸ ਢੰਗ ਨਾਲ ਉਹ ਕਰਨਾ ਚਾਹੁੰਦੇ ਆ। ਪਿਛਲੀ ਇਲੈਕਸ਼ਨ ਦੇ ਵਿੱਚ ਇੱਕ ਵੀ ਮੁਸਲਿਮ ਕੈਂਡੀਡੇਟ ਨਹੀਂ ਸੀ ਉਹਨਾਂ ਦਾ। ਹੁਣ ਆਰਐਸਐਸ ਨੇ ਕੋਈ ਡਾਇਰੈਕਸ਼ਨ ਦਿੱਤੀ ਹੈ ਵੀ ਜਿਹੜੀ ਅਗਲੀ ਇਲੈਕਸ਼ਨ ਹੈ ਉਹਦੇ ਵਿੱਚ ਕੁਝ ਜਿਹੜੇ ਮੁਸਲਿਮ ਕੈਂਡੀਡੇਟ ਜਿਹੜੇ ਆ ਉਹ ਵੀ ਲਿਆਂਦੇ ਜਾਣ, ਤਾਂ ਜੋ ਜਿਹੜਾ ਇੱਕ ਹਿੰਦੂ ਮੁਸਲਿਮ ਦਾ ਇੱਕ ਆਪੋ ਵਿੱਚ ਟਕਰਾਅ ਦੀ ਸਥਿਤੀ ਜਿਹੜੀ ਦਿਖਾਈ ਦੇ ਰਹੀ ਹੈ ਉਹ ਖਤਮ ਹੋਵੇ ਤੇ ਫਿਰ ਵੋਟ ਬਚਾਈ ਜਾ ਸਕੇ। ਕੁਝ ਇੱਦਾਂ ਦੀ ਉਹਨਾਂ ਦੀ ਪਾਲਿਸੀ ਹੈਗੀ ਆ। ਪਰ ਜਿਹੜੀ ਗੱਲ ਤੁਹਾਡੀ ਆ ਉਹ ਬਿਲਕੁਲ ਠੀਕ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਕਿਉਂਕਿ ਕਾਫੀ ਵੱਡੀ ਤਾਦਾਦ ਦੇ ਵਿੱਚ ਹਿੰਦੂ ਭਾਈਚਾਰਾ ਹੈਗਾ ਤੇ ਹਿੰਦੂ ਵੋਟ ਵੀ ਹੈਗੀ ਹੈ, ਉੱਥੇ ਤੁਸੀਂ ਧਰੁਵੀਕਰਨ ਦੀ ਇਹ ਰਾਜਨੀਤੀ ਜਿਹੜੀ ਹੈ
ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿਰੇ ਵੀ ਚਾੜ ਸਕਦੇ ਹੋ। ਕੁਝ ਜਿਹੜੀਆਂ ਲੋਕ ਭਰਮਾਊ ਜਿਹੜੇ ਐਲਾਨ ਵੀ ਕੀਤੇ ਜਾ ਸਕਦੇ ਆ, ਕੁਝ ਵੱਡੇ ਰਾਹਤ ਦੇ ਪੈਕੇਜ ਵੀ ਦਿੱਤੇ ਜਾ ਸਕਦੇ ਆਖਰੀ ਵਰ੍ਹੇ ਦੇ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਪਹਿਲਾਂ ਲੋਕਾਂ ਨੂੰ ਵਰਗਲਾਇਆ ਜਾ ਸਕਦਾ। ਪਰ ਇਹਨੂੰ ਸਾਰੇ ਕੁਝ ਨੂੰ ਹਿੰਦੂਤਵ ਦੀ ਜਿਹੜੀ ਕੱਟੜਵਾਦੀ ਰਾਜਨੀਤੀ ਹੈ ਉਹਨੂੰ ਸਾਰੇ ਮੁਲਕ ਦੇ ਉੱਤੇ ਇੰਪੋਜ਼ ਨਹੀਂ ਕੀਤਾ ਜਾ ਸਕਦਾ। ਮੈਂ ਅੱਗੇ ਵੀ ਕਹਿੰਦਾ ਰਿਹਾ ਕਿ ਇਹ ਮੁਲਕ ਜਿਹੜਾ ਸਾਡਾ ਭਾਰਤ ਇਸ ਕਰਕੇ ਨਹੀਂ ਮਹਾਨ ਕਿ ਇਹਦਾ ਨਾਂ ਭਾਰਤ ਹੈ। ਭਾਰਤ ਇਸ ਕਰਕੇ ਮਹਾਨ ਹੈ ਕਿ ਇੱਥੇ 140 ਕਰੋੜ ਲੋਕ ਰਹਿੰਦੇ ਹੈ ਤੇ ਉਹਨਾਂ ਲੋਕਾਂ ਕਰਕੇ ਭਾਰਤ ਹੈ। ਤੇ 140 ਕਰੋੜ ਲੋਕਾਂ ਦੇ ਵਿੱਚ 6000 ਜਾਤਾਂ ਨੇ, 21000 ਸਬ ਕਾਸਟ ਨੇ, ਬਹੁਤ ਸਾਰੇ ਧਰਮ ਨੇ, ਬਹੁਤ ਸਾਰੇ ਇਲਾਕਾਈ ਜਿਹੜੇ ਕੁਝ ਕਲਚਰ ਨੇ, ਸੱਭਿਆਚਾਰ ਨੇ। ਬਹੁਤ ਸੱਭਿਆਚਾਰਕ ਸਾਡਾ ਮੁਲਕ ਹੈ ਤੇ ਬਹੁਤ ਸਾਰੀਆਂ ਭਾਸ਼ਾਵਾਂ ਨੇ। ਐਡੇ ਮਹਾਨ ਮੁਲਕ ਦੇ ਵਿੱਚ ਤੁਸੀਂ ਇੱਕ ਇੱਦਾਂ ਦੀ ਜਿਹੜੀ ਪੋਲੀਟਿਕਸ ਆਪਣੀ ਸਾਰੇ ਮੁਲਕ ਤੇ ਇੰਪੋਜ਼ ਕਰ ਦਿਓਗੇ ਜਿਹੜੀ ਇਸ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣ ਵੱਲ ਵੱਧਦੀ ਹੋਵੇ, ਇਹ ਪੋਸੀਬਲ ਹੀ ਨਹੀਂ ਹੈ, ਕਿਸੇ ਵੀ ਰੂਪ ਦੇ ਵਿੱਚ ਪੋਸੀਬਲ ਨਹੀਂ ਹੈ। ਇਲੈਕਸ਼ਨ ਦੇ ਵਿੱਚ ਕੋਈ ਵੋਟ ਪੋਲੀਟਿਕਸ ਜਿਹੜੀ ਆ ਉਹਦੇ 'ਚ ਤੁਸੀਂ ਤਾਂ ਹੇਠ ਕਰਕੇ ਕਿਸੇ ਤਰੀਕੇ ਨਾਲ ਹੁਕੂਮਤਾਂ ਹਾਸਲ ਕਰ ਲਓ, ਸਟੇਟਸ ਦੇ ਵਿੱਚ ਵੀ ਜਾਂ ਨੈਸ਼ਨਲ ਲੈਵਲ ਦੇ ਉੱਤੇ ਵੀ, ਉਹ ਇੱਕ ਵੱਖਰਾ ਮਾਮਲਾ ਹੈ। ਪਰ ਜੇ ਤੁਸੀਂ ਨਿਰੋਲ ਇਹਨੂੰ ਇੱਕ ਹਿੰਦੂ ਰਾਸ਼ਟਰ ਦੇ ਵਿੱਚ ਤਬਦੀਲ ਕਰਨ ਦੀ ਜੀ ਕੋਸ਼ਿਸ਼ ਕਰਦੇ ਹੋ ਤੇ ਯੋਗੀ ਆਦਿੱਤਿਆਨਾਥ ਵਰਗੇ ਲੋਕਾਂ ਨੂੰ ਅੱਗੇ ਲੈ ਕੇ ਆਉਂਦੇ ਆ, ਲੋਕ ਪ੍ਰਵਾਨ ਨਹੀਂ ਕਰਨਗੇ। ਪੋਸੀਬਲ ਹੀ ਨਹੀਂ ਹੈ, ਕਿਸੇ ਵੀ ਕੀਮਤ ਤੇ ਪੋਸੀਬਲ ਨਹੀਂ ਹੈ। ਦਸਾਂਝ ਸਾਹਿਬ, ਵਾਕਿਆ ਹੀ ਤੁਹਾਡੀ ਗੱਲ ਤੋਂ ਲੱਗਦਾ ਹੈ ਕਿ ਕਈ ਵਾਰ ਜਿਹੜੇ ਨੈਗੇਟਿਵ ਫੈਕਟਰ ਹੁੰਦੇ ਨੇ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਇੱਥੇ ਬਹੁਤ ਸਾਰੀਆਂ ਜਾਤਾਂ, ਗੋਤਾਂ, ਧਰਮ, ਲੈਂਗੁਏਜ, ਕੁਝ ਕੁ 'ਚ ਪੋਜ਼ੀਟਿਵ ਚੀਜ਼ਾਂ ਨੇ ਤੇ ਕੁਝ ਕੁ ਚੀਜ਼ਾਂ ਨੈਗੇਟਿਵ ਵੀ ਨੇ, ਜਿਨ੍ਹਾਂ ਨੂੰ ਵਰਤ ਕੇ ਜਾਤ ਆਧਾਰਿਤ ਰਾਜਨੀਤੀ ਕਰਕੇ ਲੋਕਾਂ 'ਚ ਪਾੜਾ ਪਾ ਕੇ ਰਾਜਨੀਤੀ ਹੁੰਦੀ ਰਹੀ ਆ। ਤੇ ਕਈ ਵਾਰ ਇਸ ਤਰ੍ਹਾਂ ਵੀ ਸੀਗਾ ਕਿ ਭਾਰਤ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਇੱਕ ਨੈਗੇਟਿਵ ਫੈਕਟਰ ਗਿਣਿਆ ਜਾਂਦਾ ਸੀ, ਪਰ ਜਦੋਂ ਹੁਣ ਮੌਜੂਦਾ ਦੌਰ ਦੇ ਵਿੱਚ ਵੱਡਾ ਬਾਜ਼ਾਰ ਬਣ ਕੇ ਸਾਹਮਣੇ ਆਇਆ ਤੇ ਉਹੀ ਨੈਗੇਟਿਵ ਫੈਕਟਰ ਜਿਹੜਾ ਉਹ ਪੋਜ਼ੀਟਿਵ ਨਜ਼ਰ ਆਉਣ ਲੱਗ ਪਿਆ। ਇਸੇ ਤਰ੍ਹਾਂ ਹੀ ਹਿੰਦੁਸਤਾਨ ਨੂੰ ਬਰਬਾਦ ਕਰਨ ਲਈ ਜਿੱਦਾਂ ਜਾਤਾਂ ਪਾਤਾਂ ਨੇ ਰੋਲ ਅਦਾ ਕੀਤਾ, ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਮਹਾਨਤਾ ਵੀ ਇਸੇ ਗੱਲ 'ਚ ਹੈ ਕਿ ਸ਼ਾਇਦ ਉਹ ਫੈਕਟਰ ਜਿਹੜਾ ਆ ਉਹ ਕਿਤੇ ਨਾ ਕਿਤੇ ਇਸ ਗੱਲ ਤੋਂ ਵੀ ਰੋਕਦਾ ਹੈ ਕਿ ਕੋਈ ਇੱਕ ਵਿਅਕਤੀ ਡਿਕਟੇਟਰ ਨਹੀਂ ਇੱਥੇ ਬਣ ਸਕਦਾ, ਕਿਉਂਕਿ ਜਿਹੜੇ ਵਖਰੇਵੇਂ ਨੇ, ਲੋਕਾਂ ਦੇ ਕਲਚਰ ਦੇ ਵਖਰੇਵੇਂ ਨੇ, ਬੋਲੀ ਦੇ ਵਖਰੇਵੇਂ ਨੇ, ਧਰਮ ਦੇ ਵਖਰੇਵੇਂ ਨੇ, ਜਾਤਾਂ ਪਾਤਾਂ ਦੇ ਵਖਰੇਵੇਂ ਨੇ, ਉਹ ਕਈ ਵਾਰ ਪੋਜ਼ਿਟਿਵ ਫੈਕਟਰ ਦੇ ਤੌਰ ਤੇ ਵੀ ਕੰਮ ਆ ਸਕਦੇ ਨੇ। ਇਹ ਬਿਲਕੁਲ ਠੀਕ ਹੈ। ਦੂਸਰੀ ਗੱਲ ਇਹ ਹੁੰਦੀ ਹੈ ਕਿ ਜਿਹੜੇ ਨੈਗੇਟਿਵ ਫੈਕਟਰ ਜਿਹੜੇ ਉਹ ਇਸ ਤਰੀਕੇ ਨਾਲ ਯੂਜ਼ ਹੁੰਦੇ ਆ ਕਿ ਲੋਕ ਜਿਹੜੇ ਹੁਕਮਰਾਨ ਨੇ ਉਹ ਕੀ ਕਰਦੇ ਆ ਕਿ ਇਹਨਾਂ ਨੂੰ ਨੈਗੇਟਿਵਲੀ ਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਆ, ਉਹਦੇ 'ਚ ਫਿਰ ਟਕਰਾਅ ਦੀ ਸਥਿਤੀ ਪੈਦਾ ਕਰਦੇ। ਉਹ ਕਰਦੇ ਆ, ਲੋਕ ਨਹੀਂ ਕਰਦੇ। ਤੁਸੀਂ ਦੇਖ ਲਓ ਵੀ ਪੰਜਾਬ ਦੇ ਵਿੱਚ ਉਹ ਦੌਰ ਤੁਸੀਂ ਵੀ ਦੇਖਿਆ, ਉਸ ਦੌਰ 'ਚ ਤੁਸੀਂ ਇੱਥੇ ਸੀ ਪੰਜਾਬ ਦੇ ਵਿੱਚ, ਜਿਸ ਕਿਸਮ ਦਾ ਹਾਲ ਰਿਹਾ, ਇੱਕ ਪਾਸੇ ਦਹਿਸ਼ਤਗਰਦੀ, ਦੂਜੇ ਪਾਸੇ ਸਰਕਾਰੀ ਦਹਿਸ਼ਤਗਰਦੀ, ਤੇ ਕਿੰਨੇ ਯਤਨ ਜਿਹੜੇ ਉਸ ਵੇਲੇ ਹਿੰਦੂ ਕਮਿਊਨਿਟੀ ਤੇ ਸਿੱਖ ਕਮਿਊਨਿਟੀ ਦੇ ਵਿਚਾਲੇ ਜਿਹੜੇ ਪਾੜ ਪਾਉਣ ਦੇ ਕੀਤੇ ਜਾਂਦੇ ਰਹੇ। ਪਰ ਸਾਰੇ ਯਤਨਾਂ ਦੇ ਬਾਵਜੂਦ ਤੁਸੀਂ ਕਿਤੇ ਵੀ ਇੱਕ ਵੀ ਜਿਹੜਾ ਡਾਇਰੈਕਟਲੀ ਕੋਈ ਝਗੜਾ ਨਹੀਂ ਦਿਖਾ ਸਕਦੇ ਹਿੰਦੂ ਤੇ ਸਿੱਖ ਕਮਿਊਨਿਟੀ ਦੇ ਵਿੱਚ ਪੰਜਾਬ ਦੇ ਵਿੱਚ। ਜੇ ਕਿਤੇ ਮਾੜੇ ਮੋਟੇ ਇੱਕ ਦੋ ਸ਼ਹਿਰ ਹੈਗੇ ਆ ਸਾਡੇ, ਜਿੱਥੇ ਜਿੱਦਾਂ ਫਗਵਾੜਾ ਹੋ ਗਿਆ, ਜਾਂ ਇੱਕ ਦੋ ਸ਼ਹਿਰ ਹੋ ਸਕਦੇ ਆ ਜਿੱਥੇ ਕੁਝ ਕਲੋਨੀਆਂ ਹੈਗੀਆਂ ਜਿੱਥੇ ਸ਼ਿਵ ਸੈਨਾ ਐਕਟਿਵ ਰਹੀ ਆ। ਮਤਲਬ ਜੇ ਕੋਈ ਝਗੜਾ ਦਿਖਾਈ ਵੀ ਦਿੱਤਾ ਹੋਊਗਾ ਥੋੜਾ ਬਹੁਤ ਕਿਤੇ ਕਿਤੇ, ਤਾਂ ਉਹ ਸ਼ਿਵ ਸੈਨਾ ਤੇ ਜਿਹੜੀਆਂ ਗਰਮ ਖਿਆਲੀ ਕੁਝ ਸਿੱਖ ਜਥੇਬੰਦੀਆਂ ਜਿਹੜੀਆਂ ਆ ਉਹਨਾਂ ਦੇ ਟਕਰਾਅ ਦਿਖਾਈ ਦਿੱਤੇ ਹੋਣਗੇ। ਉਹ ਆਰਗੇਨਾਈਜ਼ਡ ਤਰੀਕੇ ਨਾਲ ਟਕਰਾਅ ਦਿਖਾਈ ਦਿੱਤੇ ਗਏ ਆ। ਆਮ ਤੌਰ ਦੇ ਉੱਤੇ ਆਪ ਮੁਹਾਰਾ ਕਿਸੇ ਕਿਸਮ ਦਾ ਟਕਰਾਅ ਮੈਂ ਤਾਂ ਪੰਜਾਬ 'ਚ ਦੇਖਿਆ ਨਹੀਂ। ਜੇ ਤੁਸੀਂ ਦੇਖਿਆ ਹੋ ਤਾਂ ਤੁਸੀਂ ਦੱਸ ਸਕਦੇ ਹੋ। ਜਦਕਿ ਬਹੁਤ ਵੱਡੇ ਪੱਧਰ ਤੇ ਕੋਸ਼ਿਸ਼ ਹੋਈ, ਇੱਕ ਪਾਸੇ ਜਿਹੜੇ ਸਿੱਖ ਨੌਜਵਾਨ ਹੈ ਉਹਨਾਂ ਦੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਉਹਨਾਂ ਨੂੰ ਮਾਰਿਆ ਗਿਆ, ਦੂਜੇ ਪਾਸੇ ਜਿਹੜੇ ਹਥਿਆਰਬੰਦ ਸੰਘਰਸ਼ ਦੇ ਨਾਂ ਦੇ ਉੱਤੇ ਮਤਲਬ ਬੱਸਾਂ 'ਚ ਲਾ ਕੇ ਕਤਾਰਾਂ 'ਚ ਖੜੇ ਕਰਕੇ ਹਿੰਦੂ ਮਾਰੇ ਗਏ। ਇਹ ਸਾਰਾ ਕੁਝ ਵਾਪਰਿਆ, ਉਹਦੇ ਬਾਵਜੂਦ ਵੀ ਆਪ ਮੁਹਾਰਾ ਕਿਤੇ ਵੀ ਕੋਈ ਹਿੰਸਾ ਦਾ ਮਾਹੌਲ ਤੁਸੀਂ ਹਿੰਦੂ ਤੇ ਸਿੱਖ 'ਚ ਨਹੀਂ ਦੇਖਿਆ ਹੋਏਗਾ। ਇਹ ਜ਼ਰੂਰ ਹੈ ਕਿ ਡਰ ਲੱਗਦਾ, ਕਈ ਵਾਰੀ ਲੋਕ ਜਿਹੜੇ ਆ ਉਹ ਡਰ ਕੇ ਹਿਜਰਤ ਕਰ ਜਾਂਦੇ ਆ। ਜਿੱਦਾਂ ਕਸ਼ਮੀਰ ਦੇ ਵਿੱਚੋਂ ਜਿਹੜਾ ਦਹਿਸ਼ਤਗਰਦੀ ਦਾ ਦੌਰ ਜਦੋਂ ਸ਼ੁਰੂ ਹੁੰਦਾ ਹੈ ਤੇ ਕਾਫੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਕਸ਼ਮੀਰੀ ਹਿੰਦੂ ਆ ਉਹ ਉੱਥੋਂ ਹਿਜਰਤ ਕਰਕੇ ਇੱਧਰ ਉੱਤਰੀ ਭਾਰਤ ਵੱਲ ਨੂੰ ਆਉਂਦੇ ਆ, ਦਿੱਲੀ ਵੱਲ ਨੂੰ ਆਉਂਦੇ ਆ। ਜਾਂ ਜਦੋਂ ਪੰਜਾਬ 'ਚ ਹਾਲਾਤ ਸੀ ਤਾਂ ਕੁਝ ਲੋਕ ਜਿਹੜੇ ਅਮਨ ਪਸੰਦ ਜਿਹੜੇ ਲੋਕ ਹੁੰਦੇ ਆ, ਜਿਹਨਾਂ ਨੂੰ ਲੱਗਦਾ ਕਿ ਅਸੀਂ ਇੱਥੇ ਸੇਫ ਨਹੀਂ ਹੈਗੇ, ਪੰਜਾਬ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਜਿਹੜੇ ਉਦੋਂ ਆਪਣੀਆਂ ਸਾਰਾ ਕੁਝ ਵੇਚ ਵੱਟ ਕੇ ਜਿਹੜੇ ਆ ਦਿੱਲੀ ਵੱਲ ਨੂੰ ਸ਼ਿਫਟ ਹੋ ਗਏ ਸੀ ਜਾਂ ਬਾਕੀ ਮੁਲਕ ਨੂੰ ਚਲੇ ਗਏ ਸੀ। ਪਰ ਕੋਈ ਟਕਰਾਅ ਨਹੀਂ ਦਿਖਾਈ ਦਿੱਤਾ। ਇਹ ਸਾਡੀ ਮਜ਼ਬੂਤੀ ਦਾ ਆਧਾਰ ਹੈ। ਜਿਹੜਾ ਮੈਂ ਕਹਿਣਾ ਵੀ ਸਾਡਾ ਮੁਲਕ ਇਸ ਕਰਕੇ ਮਹਾਨ ਹੈ ਕਿ ਸਾਡੇ ਚਾਹੇ ਵੱਖਰੇ ਵੱਖਰੇ ਧਰਮ ਹੈ, ਵੱਖਰੀਆਂ ਵੱਖਰੀਆਂ ਜਾਤਾਂ ਹੈ, ਬਹੁਤ ਸੱਭਿਆਚਾਰਕ ਮੁਲਕ ਹੋਣ ਦੇ ਨਾਲ ਇਹਨਾਂ ਦੀ ਆਪਸੀ ਸਾਂਝ ਦੀਆਂ ਤੰਦਾਂ ਵੀ ਬੜੀਆਂ ਮਜ਼ਬੂਤ ਨੇ। ਸਭ ਕੁਝ ਪਹਿਰਾਵਾ, ਭਾਸ਼ਾ, ਕਲਚਰ
ਵੱਖਰਾ ਹੋਣ ਦੇ ਬਾਵਜੂਦ। ਜੀ ਦਸਾਂਝ ਸਾਹਿਬ, ਇੱਕ ਖਬਰ ਯੋਗ ਗੁਰੂ ਰਾਮਦੇਵ ਦੀ ਫੇਰ ਆ ਰਹੀ ਆ। ਪਹਿਲਾਂ ਵੀ IMA ਜਿਹੜੀ ਆ, ਇੰਡੀਅਨ ਮੈਡੀਕਲ ਐਸੋਸੀਏਸ਼ਨ, ਉਹਨਾਂ ਨੇ ਉੱਤੇ ਹੱਦ ਤੱਕ ਜਿੱਦਾਂ ਦਾਅਵਾ ਕੀਤਾ ਸੀ, ਸ਼ਾਇਦ 1000 ਕਰੋੜ ਦਾ ਕੋਈ ਇਹਨਾਂ ਤੇ ਕੀਤਾ ਸੀਗਾ ਕਿ ਉਹਨਾਂ ਨੇ ਐਲੋਪੈਥੀ ਦੇ ਖਿਲਾਫ ਇਹਨਾਂ ਪ੍ਰਚਾਰ ਕੀਤਾ, ਪਰ ਉਹ ਟਲੇ ਨਹੀਂ। ਤੇ ਹੁਣ ਪਟਨੇ 'ਚ ਇੱਕ ਕੇਸ ਹੋਰ ਉਹਨਾਂ ਤੇ ਦਰਜ ਕੀਤਾ ਗਿਆ, ਲੱਗਦਾ ਉਹ ਵੀ ਉਹਨਾਂ ਨੇ ਹੀ ਕਰਾਇਆ। ਡਾਕਟਰਾਂ ਦੀ ਜਿਹੜੀ ਵੱਡੀ ਐਸੋਸੀਏਸ਼ਨ ਹੈ, ਬੜੀ ਤਾਕਤਵਰ ਐਸੋਸੀਏਸ਼ਨ ਆ, ਉਹਨਾਂ ਨੇ ਫਿਰ ਪਟਨੇ ਵਿੱਚ ਵੀ ਉਹਨਾਂ ਦੇ ਉੱਤੇ ਕੇਸ ਦਰਜ ਕਰਾਇਆ। ਇਹ ਕੋਈ ਖਬਰ ਹੈ ਜੀ? ਉਹ ਇੱਕ ਕੇਸ ਦਰਜ ਹੋਇਆ, ਜਿਹੜੀ ਬਿਹਾਰ ਦੀ ਜਿਹੜੀ ਮੈਡੀਕਲ ਐਸੋਸੀਏਸ਼ਨ ਦੀ ਯੂਨਿਟ ਹੈ, ਮਤਲਬ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਜਿਹੜਾ ਬਿਹਾਰ ਯੂਨਿਟ ਹੈ, ਉਹਨਾਂ ਨੇ ਇਹ ਡਿਸਾਈਡ ਕੀਤਾ ਹੈ ਵੀ ਬਿਹਾਰ ਦੇ ਵਿੱਚ 50 ਕੇਸ ਦਰਜ ਕਰਵਾਉਣੇ ਆ ਰਾਮਦੇਵ ਤੇ। ਸੋ ਉਹਦੀ ਇੱਕ ਸ਼ੁਰੂਆਤ ਦੇ ਤੌਰ ਤੇ ਤੁਸੀਂ ਇਸ ਕੇਸ ਨੂੰ ਦੇਖ ਸਕਦੇ ਹੋ ਵੀ ਉਹ ਕਹਿ ਰਿਹਾ ਕਿ ਜਿਹੜਾ ਐਲੋਪੈਥੀ ਹੈ, ਜਿਹੜੀ ਹੈ, ਉਹਦੀ ਜਿਹੜੀ ਸਾਇੰਸ ਹੈ ਜਾਂ ਵਿਗਿਆਨ ਹੈ, ਉਹਦੇ ਤੇ ਬਹੁਤ ਵੱਡਾ ਹਮਲਾ ਬੋਲਿਆ ਰਾਮਦੇਵ ਨੇ। ਇਸ ਕਰਕੇ ਇੱਕ ਕਿਸਮ ਦਾ ਕ੍ਰਿਮੀਨਲ ਐਕਟ ਹੈ ਉਹਦਾ, ਮਤਲਬ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਮੰਨਣਾ ਇਹ ਹੈ ਕਿ ਇਹ ਉਹਦਾ ਕ੍ਰਿਮੀਨਲ ਐਕਟ ਹੈ, ਕਿਸਮ ਦੀ ਇਹ ਅਪਰਾਧਕ ਉਹਦੀ ਕਿਤੇ ਨਾ ਕਿਤੇ ਸਰਗਰਮੀ ਹੈ, ਤੇ ਉਹਨੂੰ ਠੱਲ ਪਾਉਣ ਵਾਸਤੇ ਜ਼ਰੂਰੀ ਹੈ ਵੀ ਉਹਨੂੰ ਕਾਨੂੰਨ ਦੇ ਘੇਰੇ 'ਚ ਲਿਆਂਦਾ ਜਾਏ। ਇਸ ਕਰਕੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ 1000 ਕਰੋੜ ਰੁਪਏ ਦਾ ਮਾਨਹਾਨੀ ਦਾ ਦਾਅਵਾ ਵੀ ਠੋਕਿਆ। ਅਦਾਲਤ ਦੇ ਵਿੱਚ ਵੱਖਰੇ ਵੱਖਰੇ ਕੇਸ ਹੋਰ ਵੀ ਹੈਗੇ ਆ, ਤੇ ਹੁਣ ਪਟਨਾ ਦੇ ਵਿੱਚ ਵੀ ਇਹ ਕੇਸ ਦਰਜ ਕਰਵਾਇਆ ਗਿਆ, ਤੇ ਬਿਹਾਰ ਯੂਨਿਟ ਨੇ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਬਿਹਾਰ ਯੂਨਿਟ ਨੇ ਉਹਦੇ ਤੇ 50 ਕੇਸ ਦਰਜ ਕਰਾਉਣ ਦੀ ਗੱਲ ਕੀਤੀ। ਮੈਂ ਤਾਂ ਹੋਰ ਇਹ ਤੋਂ ਵੀ ਅੱਗੇ ਕਹਿ ਰਿਹਾ ਸੀ, ਮੈਂ ਕਹਿ ਰਿਹਾ ਸੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਆ ਉਹ ਆਪਣੀ ਥਾਂ ਦੇ ਉੱਤੇ ਐਕਟ ਕਰ ਰਹੀ ਹੈ, ਇਹਦੇ ਤੇ ਜੋ ਵੀ ਕਾਨੂੰਨੀ ਤੌਰ ਦੇ ਉੱਤੇ ਕਾਰਵਾਈ ਕਰਨੀ ਉਹ ਕਰ ਰਹੀ ਹੈ। ਮੈਨੂੰ ਤਾਂ ਲੱਗਦਾ ਸੀ ਇਹ ਤਾਂ ਜਿਹੜਾ ਸਧਾਰਨ ਆਮ ਡਾਕਟਰ ਵੀ ਹੈ, ਜਿਹੜਾ ਜਿਹਨੂੰ ਅਸੀਂ ਕਰੋਨਾ ਯੋਧਾ ਕਹੀ ਜਾਂਦੇ ਆ, ਵੀ ਇਹ ਤਾਂ ਕਰੋਨਾ ਦੇ ਖਿਲਾਫ ਜੰਗ 'ਚ ਬੜੀ ਵੱਡੀ ਉਹਦੀ ਜ਼ਿੰਮੇਵਾਰੀ ਉਹਨੇ ਜਿਹੜੀ ਹੈਗੀ ਆ ਉਹ ਨਿਭਾਈ ਹੈ ਤੇ ਨਿਭਾ ਰਿਹਾ ਹੈ, ਤੇ ਸੈਂਕੜੇ ਡਾਕਟਰ ਜਿਹੜੇ ਆ ਸ਼ਹਾਦਤ ਵੀ ਪਾ ਗਏ ਇਸ ਦੌਰ ਦੇ ਦੌਰਾਨ, ਤੇ ਉਹਨਾਂ ਡਾਕਟਰਾਂ ਦੀ ਹੀ ਤੋਹੀਨ ਕਰਦੇ ਨੇ। ਈਵਨ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ, ਜਦੋਂ ਜਿਹੜੇ ਵੈਂਟੀਲੇਟਰ ਜਿਹੜੇ PM ਕੇਅਰ ਫੰਡ ਦੇ ਵਿੱਚੋਂ ਦਿੱਤੇ ਜਾਂਦੇ ਆ ਸਟੇਟ ਗਵਰਨਮੈਂਟਸ ਨੂੰ, ਤੇ ਉਹਦੇ ਵਿੱਚੋਂ 90% ਖਰਾਬ ਨਿਕਲਦੇ ਆ, ਤੇ ਜਿਸ ਕੰਪਨੀ ਤੋਂ ਵੈਂਟੀਲੇਟਰ ਲਏ ਆ ਉਹਨੂੰ ਕਟਹਿਰੇ 'ਚ ਖੜਾ ਕਰਨ ਦੀ ਥਾਂ ਦੇ ਉੱਤੇ ਕਿਹਾ ਜਾਂਦਾ ਹੈ ਕਿ ਜਿਹੜੇ ਡਾਕਟਰ ਆ ਉਹਨਾਂ ਨੂੰ ਇਹਨੂੰ ਵਰਤਣਾ ਹੀ ਨਹੀਂ ਆਉਂਦਾ ਜੀ। ਜਾਂ ਜੀ ਉਹੀ ਕਰੋਨਾ ਯੋਧੇ ਜਿਹੜੇ ਆ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਇਹ ਤਾਂ ਡਾਕਟਰ ਜਿਹੜੇ ਇਹਨਾਂ ਨੂੰ ਇਹ ਨਹੀਂ ਪਤਾ ਇਹਨਾਂ ਨੂੰ ਵਰਤਣਾ ਕਿੱਦਾਂ, ਤੇ ਕਿੰਨੀ ਵੱਡੀ ਤੋਹੀਨ ਹੈ। ਨਾਲ ਦੀ ਨਾਲ ਰਾਮਦੇਵ ਨੇ ਜਿਹੜੀ ਤੋਹੀਨ ਕੀਤੀ ਹੈ, ਉਸ ਕਰਕੇ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਸੀ ਵੀ ਜਿਹੜਾ ਸਧਾਰਨ ਡਾਕਟਰ ਵੀ ਹੈ, ਮੰਨ ਲਓ ਮੈਂ ਡਾਕਟਰ ਹੋਵਾਂ, ਬਾਈ ਦੇ ਮੈਂ ਡਾਕਟਰ ਨਹੀਂ ਹੈ, ਤਾਂ ਸ਼ਾਇਦ ਮੈਂ ਪਹਿਲਾ ਬੰਦਾ ਹੁੰਦਾ ਕਿ ਮੈਂ ਰਾਮਦੇਵ ਦੇ ਉੱਤੇ ਭਾਵੇਂ ਲੋਕਲ ਅਦਾਲਤ ਦੇ ਵਿੱਚ ਕੇਸ ਕਰਦਾ, ਜ਼ਰੂਰ ਕੇਸ ਕਰਦਾ। ਉਹਦਾ ਜਿਹੜਾ ਕ੍ਰਿਮੀਨਲ ਐਕਟ ਜਿਹੜਾ ਆ ਉਹ ਸਾਰੇ ਦੇਸ਼ ਦੇ ਡਾਕਟਰਾਂ ਦੀ ਤੋਹੀਨ ਹੈ। ਉਹ ਸਾਰੇ ਦੇਸ਼ ਦੇ ਡਾਕਟਰਾਂ ਨੂੰ ਹਰ ਲਿਆ ਦੇਣਾ ਚਾਹੀਦਾ ਉਹਦੇ ਖਿਲਾਫ ਕੇਸ ਦਰਜ ਕਰਵਾ ਕੇ, ਤੇ ਡਾਕਟਰ ਹਰਸ਼ਵਰਧਨ ਨੂੰ ਅਸਤੀਫਾ ਦੇਣਾ ਚਾਹੀਦਾ। ਡਾਕਟਰ ਹਰਸ਼ਵਰਧਨ ਸਾਡਾ ਹੈਲਥ ਮਿਨਿਸਟਰ ਹੈ, ਤੇ ਉਹ ਜਾ ਕੇ ਉਹਦੀ ਕੰਪੇਨ ਦਾ ਹਿੱਸਾ ਬਣ ਜਾਂਦਾ, ਮਜਬੂਰੀ ਦੇ ਵਿੱਚ ਚਿੱਠੀ ਲਿਖਦਾ ਰਾਮਦੇਵ ਨੂੰ। ਜਦੋਂ ਜ਼ਿਆਦਾ ਰੌਲਾ ਪੈ ਜਾਂਦਾ, ਮਜਬੂਰੀ ਚਿੱਠੀ ਲਿਖਦਾ, ਤਾਂ ਉਸ ਤੋਂ ਬਾਅਦ ਆਪਣਾ ਬਿਆਨ ਲੈਂਦਾ ਵਾਪਸ ਰਾਮਦੇਵ। ਜਦਕਿ ਡਾਕਟਰ ਜਿਹੜਾ ਹਰਸ਼ਵਰਧਨ ਹੈ, ਉਹ ਮੰਤਰੀ ਜਾਂ MP ਬਣਨ ਤੋਂ ਪਹਿਲਾਂ ਜਿਹੜਾ ਆ ਉਹ ਆਪਣਾ ਕਲੀਨਿਕ ਤੱਕ ਵੀ ਖੋਲਦਾ ਰਿਹਾ। ਇਹ ਤਾਂ ਉਹਦੀ ਵੀ ਤੋਹੀਨ ਹੈ। ਸੋ ਕਿਸ ਤਰ੍ਹਾਂ ਦੇ ਲੋਕ ਸਾਡੇ ਤੇ ਹਕੂਮਤ 'ਚ ਬੈਠੇ ਆ, ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ। ਦਸਾਂਝ ਸਾਹਿਬ, ਭਾਰਤ ਦੀ ਰਾਜਨੀਤੀ 'ਚ ਕੋਈ ਨੈਤਿਕਤਾ ਨਾਂ ਦੀ ਚੀਜ਼ ਹੋਵੇ ਤੇ ਫਿਰ ਤੇ ਸਭ ਤੋਂ ਪਹਿਲਾਂ ਨਰਿੰਦਰ ਮੋਦੀ ਹੋਰਾਂ ਨੂੰ ਅਸਤੀਫਾ ਦੇ ਕੇ ਘਰ ਬਹਿਣਾ ਚਾਹੀਦਾ। ਲੋਕੀ ਇਹਦੇ ਲਈ ਡਿਮਾਂਡ ਵੀ ਕਰ ਰਹੇ ਨੇ, ਹੈਸ਼ਟੈਗ ਵੀ ਚੱਲਿਆ ਸੀ ਪਿਛਲੇ ਦਿਨੀ ਕਿ ਜਿਸ ਤਰੀਕੇ ਨਾਲ ਤੁਸੀਂ ਦੇਸ਼ ਨੂੰ ਚਲਾ ਰਹੇ ਹੋ ਅਸੀਂ ਤੁਹਾਨੂੰ 24 ਤੱਕ ਬਰਦਾਸ਼ਤ ਨਹੀਂ ਕਰ ਸਕਦੇ। ਸੋ ਨੈਤਿਕਤਾ ਤੇ ਕਿਤੇ ਸਿਆਸਤ ਵਿੱਚ ਹੈਗੀ ਨਹੀਂ ਜਿਹਦੇ ਕਰਕੇ ਇਹ ਗੱਲ ਕੀਤੀ ਜਾ ਸਕੇ। ਇੱਕ ਖਬਰ ਪੰਜਾਬ ਦੇ ਹਵਾਲੇ ਨਾਲ ਕਹੀ ਜਾ ਰਹੀ ਆ, ਪਤਾ ਨਹੀਂ ਉਹ ਕਿੰਨੀ ਕੁ ਸਹੀ ਆ, ਕੁਝ ਜਿਹੜੇ ਪੱਤਰਕਾਰ ਨੇ ਉਹ ਆਪਣੇ ਸੋਰਸਸ ਤੋਂ ਖਬਰ ਦੇ ਰਹੇ ਨੇ ਕਿ ਜਿਹੜਾ ਕਾਂਗਰਸ ਦੇ ਝਗੜਾ ਚੱਲ ਰਿਹਾ ਆ ਉਹ ਕਿਸੇ ਤਣ ਪੱਤਣ ਨਹੀਂ ਲੱਗਿਆ, ਤੇ ਜਿਹੜਾ ਨਵਜੋਤ ਸਿੱਧੂ ਆ, ਜਿਹੜਾ ਇਹ ਸਾਰੇ ਕਾਂਡੋ ਕਲੇਸ਼ ਦਾ ਮਤਲਬ ਕਹਿੰਦਾ ਧੁਰਾ ਕਹਿ ਲਓ ਜਾਂ ਮੁੱਢ ਕਹਿ ਲਓ ਜਿੱਥੋਂ ਗੱਲ ਸ਼ੁਰੂ ਹੋਈ ਆ, ਉਹ ਅਮਿਤ ਸ਼ਾਹ ਨਾਲ ਵੀ ਬੰਦ ਕਮਰਾ ਮੀਟਿੰਗ ਲੰਬੀ ਕਰ ਆਏ ਆ। ਕੋਈ ਇਸ ਤਰ੍ਹਾਂ ਦੀ ਖਬਰ ਅਜੇ ਪ੍ਰੈਸ ਤੇ ਨਹੀਂ ਪੜੀ, ਪਰ ਕੁਝ ਮੀਡੀਆ ਦੇ ਜਿਹੜੇ ਪੱਤਰਕਾਰ ਨੇ ਉਹਨਾਂ ਦੇ ਹਵਾਲੇ ਨਾਲ ਖਬਰ ਆ ਰਹੀ ਹੈ। ਇਸ ਤਰ੍ਹਾਂ ਦੀ ਕੋਈ ਖਬਰ ਹੈ ਜੀ? ਦੇਖੋ ਗੱਲ ਇਹ ਆ, ਮੈਂ ਤੁਹਾਨੂੰ ਇਹ ਕਹਿੰਦਾ ਵੀ ਉਹਦਾ ਹੋ ਸਕਦਾ ਮਤਲਬ ਕੋਈ ਇਹਦੇ ਤੱਥ ਤਾਂ ਹੈ ਨਹੀਂ ਸਾਡੇ ਕੋਲ, ਇਸ ਕਰਕੇ ਅਸੀਂ ਤਾਂ ਬਿਨਾਂ ਫੈਕਟ ਤੋਂ ਕਦੀ ਵੀ ਕੋਈ ਖਬਰ ਜਿਹੜੀ ਆ ਸਾਂਝੀ ਨਹੀਂ ਕਰਦੇ। ਠੀਕ ਹੈ, ਚਰਚਾ ਚੱਲ ਰਹੀ ਹੈ, ਤੇ ਪਰ ਉਹ ਚਰਚਾ ਜਿਹੜੀ ਚੱਲਦੀ ਹੁੰਦੀ ਉਹਦੇ ਪਿੱਛੇ ਕੋਈ ਨਾ ਕੋਈ ਆਧਾਰ ਹੁੰਦਾ ਹੈ। ਕਿਤੇ ਨਾ ਕਿਤੇ ਥੋੜੀ ਬਹੁਤ ਕਿਤੇ ਅੱਗ ਲੱਗਦੀ ਹੈ ਤੇ ਤਾਂ ਹੀ ਧੂੰਆਂ ਜਿਹੜਾ ਉੱਠਦਾ ਹੈ। ਖੁਦ ਕੈਪਟਨ ਅਮਰਿੰਦਰ ਨੇ ਵੀ ਇਹ ਗੱਲ ਕਹੀ ਸੀ ਕਿ
6 ਮੀਟਿੰਗਾਂ ਜਿਹੜੀਆਂ ਆ ਵੱਖ-ਵੱਖ, ਖਾਸ ਤੌਰ ਦੇ ਉੱਤੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਜ਼ਿਕਰ ਕੀਤਾ ਸੀ ਵੀ ਨਵਜੋਤ ਸਿੰਘ ਸਿੱਧੂ ਕਰ ਚੁੱਕੇ ਆ ਅਰਵਿੰਦ ਕੇਜਰੀਵਾਲ ਦੇ ਨਾਲ, ਤੇ ਕੁਝ ਬੀਜੇਪੀ ਦੇ ਲੋਕਾਂ ਨਾਲ ਵੀ ਉਹਨਾਂ ਦੀ ਜਿਹੜੀ, ਕਿਉਂਕਿ ਅਕਸਰ ਬੀਜੇਪੀ ਦੇ ਵਿੱਚੋਂ ਆਏ ਆ ਤੇ ਉਹਨਾਂ ਦੇ ਆਪਣੇ ਕਾਫੀ ਕਹਿ ਲਓ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਨੈਕਸ਼ਨ ਹੈ, ਉਹਨਾਂ ਰਾਹੀਂ ਕਿਸੇ ਨਾਲ ਵੀ ਉਹ ਗੱਲ ਕਰ ਸਕਦੇ ਆ। ਤੇ ਨੈਤਿਕਤਾ ਦਾ ਤੁਸੀਂ ਦੱਸੇ ਦਿੱਤਾ, ਤੇ ਸਾਡੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਘਟਨਾ ਚੱਕਰ ਸੁਖਪਾਲ ਸਿੰਘ ਖਹਿਰਾ ਦੇ ਹਵਾਲੇ ਨਾਲ ਜਦੋਂ ਆਪਾਂ ਗੱਲਾਂ ਕੀਤੀਆਂ ਉਹ ਹੋਇਆ, ਤੇ ਉਹ ਤਾਂ ਨੈਤਿਕਤਾ ਤਾਂ ਕਿਤੇ ਨਹੀਂ ਹੈ। ਮੈਂ ਇਸ ਗੱਲ ਨੂੰ ਪਹਿਲਾਂ ਤੋਂ ਕਹਿੰਦਾ ਰਿਹਾ ਕਿ ਪੰਜਾਬ ਹੀ ਨਹੀਂ, ਦੇਸ਼ ਦੀ ਰਾਜਨੀਤੀ ਦੇ ਵਿੱਚ ਸਿਧਾਂਤ ਨਾਂ ਦੀ ਚਿੜੀ ਜਿਹੜੀ ਆ ਉੜ ਚੁੱਕੀ ਹੈ, ਸਿਧਾਂਤ ਕਿਤੇ ਨਹੀਂ ਹੈ। ਸੋ ਇਹ ਪੋਸੀਬਿਲਿਟੀ ਹੈ ਕਿ ਅਮਿਤ ਸ਼ਾਹ ਨਾਲ ਉਹਨਾਂ ਦੀ ਮੀਟਿੰਗ ਹੋਈ ਹੋਵੇ, ਪਰ ਅਸੀਂ ਇਹਦੀ ਹਾਲੇ ਪੁਸ਼ਟੀ ਨਹੀਂ ਕਰਦੇ। ਪਰ ਉਹ ਇਸ ਕਰਕੇ ਆ ਕਿਉਂਕਿ ਭਾਵੇਂ ਜਦੋਂ 3 ਦਿਨ ਲਗਾਤਾਰ ਮੀਟਿੰਗ ਦਰ ਮੀਟਿੰਗਸ ਹੋਈ ਹੈ, ਵੱਖ-ਵੱਖ MLA, ਵੱਖ-ਵੱਖ MPs ਦੀ, ਤੇ ਨਵਜੋਤ ਸਿੱਧੂ ਦੀ ਵੀ, ਤੇ ਆਖਰੀ ਦਿਨ ਕੈਪਟਨ ਅਮਰਿੰਦਰ ਦੀ ਵੀ ਆਪਣੀ ਹਾਈ ਕਮਾਨ ਨਾਲ, ਤੇ ਉਹਦੇ ਤੋਂ ਉਦੋਂ ਇਦਾਂ ਦੀ ਚਰਚਾ ਜਿਹੜੀ ਆਮ ਜੇ ਹੋ ਗਈ ਸੀ, ਜਿੱਦਾਂ ਤੁਸੀਂ ਪੱਤਰਕਾਰਾਂ ਦਾ ਜ਼ਿਕਰ ਕੀਤਾ ਹੈ, ਉਹ ਕਈ ਵਾਰੀ ਟੇਬਲ ਸਟੋਰੀਆਂ ਵੀ ਬਣ ਜਾਂਦੀਆਂ। ਲੋ ਜੀ ਇਹ ਫੈਸਲਾ ਹੋ ਗਿਆ ਵੀ 2 ਡਿਪਟੀ CM ਜਿਹੜੇ ਪੰਜਾਬ 'ਚ ਬਣਨਗੇ, ਜਾਂ ਫਿਰ ਇੱਕ ਦਿਨ ਬਾਅਦ ਇਹ ਖਬਰ ਆਈ ਇਹ ਤੈਅ ਹੋ ਗਿਆ ਜੀ ਹਾਈ ਕਮਾਨ ਜਿਹੜੀ ਆ ਉਹ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਕਮਾਨ ਦੇ ਦੇਗੀ। ਫਿਰ ਇਹ ਵੀ ਚਰਚਾ ਚੱਲੀ ਵੀ ਜੇ ਡਿਪਟੀ CM ਨਹੀਂ ਤਾਂ ਪ੍ਰਧਾਨ ਵੀ ਨਹੀਂ ਤਾਂ ਪੰਜਾਬ ਦੀ ਇਲੈਕਸ਼ਨ ਕੈਂਪੇਨ ਦਾ ਚੇਅਰਪਰਸਨ ਜਿਹੜਾ ਹੈ ਨਵਜੋਤ ਸਿੱਧੂ ਨੂੰ ਲਾਇਆ ਜਾ ਸਕਦਾ। ਇਹ ਜਦੋਂ ਚਰਚਾ ਚੱਲ ਰਹੀ ਸੀ 2-4 ਦਿਨ ਚੱਲੀ, ਤਾਂ ਅਚਾਨਕ ਹੀ ਕੈਪਟਨ ਅਮਰਿੰਦਰ ਫਿਰ ਸਾਹਮਣੇ ਆਏ ਤੇ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਨਾ ਡਿਪਟੀ CM ਤੇ ਨਾ ਹੀ ਪ੍ਰਧਾਨ। ਨਵਜੋਤ ਸਿੰਘ ਸਿੱਧੂ ਦੀ ਨਾ ਦੋਨਾਂ ਅਹੁਦਿਆਂ ਤੇ ਕਿਸੇ ਕਿਸਮ ਦੀ ਕੋਈ ਵੀ ਦਾਅਵੇਦਾਰੀ ਵੀ ਹੋਈ ਤਾਂ ਵੀ ਉਹ ਜਿਹੜਾ ਇਹਦੇ ਵਾਸਤੇ ਨਹੀਂ ਚੁਣੇ ਜਾਣਗੇ, ਕਹਿ ਦਿੱਤਾ ਕੈਪਟਨ ਅਮਰਿੰਦਰ ਨੇ। ਉਸ ਤੋਂ ਬਾਅਦ ਇਹ ਖਬਰ ਜਿਹੜੀ ਸਿਆਸੀ ਹਲਕਿਆਂ 'ਚ ਚਰਚਾ 'ਚ ਹੈ ਵੀ ਉਹ ਅਮਿਤ ਸ਼ਾਹ ਦੇ ਨਾਲ ਉਹਨਾਂ ਦੀ ਕੋਈ ਬੰਦ ਖਬਰਾਂ ਮੀਟਿੰਗ ਹੋਈ ਹੈ। ਮੈਂ ਤੁਹਾਨੂੰ ਇਹਦੇ 'ਚ ਸਿਰਫ ਆਖਰੀ ਟਿੱਪਣੀ ਇਹਦੇ 'ਚ ਇਹੀ ਕਰਨੀ ਹੈ ਵੀ ਜੇ ਹੋਈ ਵੀ ਹੈ ਤੇ ਜੇ ਉਹ ਭਾਰਤੀ ਜਨਤਾ ਪਾਰਟੀ 'ਚ ਜਾਂਦੇ ਵੀ ਹੈ ਤਾਂ ਜਿਹੜੀ ਮਾੜੀ ਮੋਟੀ ਕਦਰ ਕਾਂਗਰਸ ਪਾਰਟੀ 'ਚ ਆਉਣ ਤੋਂ ਬਾਅਦ ਕੁਝ ਬਾਗੀ ਤੇਵਰ ਰੱਖ ਕੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਬਣਾਈ ਹੈ, ਜਿਵੇਂ ਸੁਖਪਾਲ ਸਿੰਘ ਖਹਿਰਾ ਦੀ ਬੜੀ ਕਦਰ ਸੀ ਜਦੋਂ ਆਮ ਆਦਮੀ ਪਾਰਟੀ 'ਚ ਸੀ, ਉਦੋਂ ਵੀ, ਜਦ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਉਹਨਾਂ ਨੇ ਪੰਜਾਬ ਏਕਤਾ ਪਾਰਟੀ ਬਣਾਈ ਉਦੋਂ ਵੀ। ਤੇ ਹੁਣ ਜੇ ਤੁਸੀਂ ਸੋਸ਼ਲ ਮੀਡੀਆ ਦੇਖੋਗੇ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹੀ ਸੋਸ਼ਲ ਮੀਡੀਆ ਜਿਹਨੇ ਕਿਸੇ ਦਿਨ ਸੁਖਪਾਲ ਸਿੰਘ ਖਹਿਰੇ ਨੂੰ ਹੀਰੋ ਬਣਾ ਦਿੱਤਾ ਸੀ, ਉਹੀ ਸੋਸ਼ਲ ਮੀਡੀਆ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਜਿਹੜੇ ਆ ਇਸ ਵੇਲੇ ਬਹੁਤ ਬੁਰੀ ਹਾਲਤ ਦੇ ਵਿੱਚ ਘਿਰੇ ਹੋਏ ਆ। ਤੇ ਮੁੜ ਕੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਤਾਂ ਉਹ ਕਹਿੰਦੇ ਆ ਇਹ ਸੋਸ਼ਲ ਮੀਡੀਆ ਤੇ ਲੱਖਾਂ ਲੋਕ ਕਮੈਂਟ ਕਰਦੇ, ਮੈਂ ਇਹਨਾਂ ਦੀ ਕੀ ਪਰਵਾਹ ਕਰਦਾ। ਸੋ ਮੈਨੂੰ ਲੱਗਦਾ ਹੈ ਜੋ ਸੁਖਪਾਲ ਸਿੰਘ ਖਹਿਰਾ ਦੀ ਹਾਲਤ ਹੈ ਉਹੀ ਹਾਲਤ ਫਿਰ ਜੇ ਨਵਜੋਤ ਸਿੰਘ ਸਿੱਧੂ ਇੱਦਾਂ ਦਾ ਕੋਈ ਐਕਟ ਕਰਦੇ ਆ ਕਿ ਭਾਰਤੀ ਜਨਤਾ ਪਾਰਟੀ 'ਚ ਦੁਬਾਰਾ ਜਾਂਦੇ ਆ ਤਾਂ ਉਹਨਾਂ ਦੀ ਪੰਜਾਬ 'ਚ ਜਿਹੜੀ ਮਾੜੀ ਮੋਟੀ ਸਪੇਸ ਬਣੀ ਆ ਉਹ ਬਿਲਕੁਲ ਖਤਮ ਹੋ ਜਾਏਗੀ। ਕਿਉਂਕਿ ਭਾਰਤੀ ਜਨਤਾ ਪਾਰਟੀ ਸਭ ਤੋਂ ਜ਼ਿਆਦਾ ਮੁਸ਼ਕਲ ਦੌਰ ਤੋਂ, ਜੇ ਬਾਕੀ ਮੁਲਕ ਦੀ ਗੱਲ ਛੱਡ ਵੀ ਰਹੀ ਹੈ, ਪੰਜਾਬ 'ਚ ਸਭ ਤੋਂ ਜ਼ਿਆਦਾ ਮੁਸ਼ਕਲ ਦੌਰ 'ਚੋਂ ਲੰਘ ਰਹੀ ਹੈ। ਇੱਕ ਹੇਟ ਕ੍ਰੀਏਟ ਹੋ ਚੁੱਕੀ ਹੈ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ। ਜੀ ਖਹਿਰਾ ਸਾਹਿਬ ਵੀ ਮੈਨੂੰ ਲੱਗਦਾ ਹੈ ਕਿ ਆਪਣੇ ਆਪ ਨੂੰ ਕਾਊਂਟਰ ਕਰਨ ਲਈ ਮੈਨੂੰ ਲੱਗਦਾ ਭੁਲੱਥ ਦੀਆਂ ਕਾਫੀ ਸਾਰੀਆਂ ਫੋਟੋ ਪੋਸਟ ਕਰ ਰਹੇ ਨੇ ਕਿ ਲੋਕ ਉਹਨਾਂ ਨੂੰ ਮਿਲ ਰਹੇ ਨੇ, ਵਧਾਈਆਂ ਦੇ ਰਹੇ ਨੇ, ਔਰ ਇੱਕ ਵੱਡੀ ਸਭਾ ਦੀ ਵੀ ਫੋਟੋ ਉਹਨਾਂ ਦੀ ਮੈਂ ਦੇਖ ਰਿਹਾ ਵਾਂ, ਪਤਾ ਨਹੀਂ ਉਹ ਪੁਰਾਣੀ ਪਾਈ ਆ ਕਿ ਨਹੀਂ, ਹੁਣ ਤਾਂ ਕਰੋਨਾ ਕਰਕੇ ਮੇਰੇ ਖਿਆਲ ਏਡੀਆਂ ਵੱਡੀਆਂ ਸਭਾਵਾਂ ਹੋ ਨਹੀਂ ਸਕਦੀਆਂ, ਔਰ ਲੋਕ ਉਹਨਾਂ ਨੂੰ ਮਿਲ ਕੇ ਵਧਾਈਆਂ ਦੇ ਰਹੇ ਨੇ। ਮਤਲਬ ਆਪਣੇ ਵੱਲੋਂ ਉਹ ਵੀ ਡਿਫੈਂਡ ਕਰਨ ਲਈ ਆਪਣੇ ਆਪ ਨੂੰ ਕੁਝ ਇਸ ਤਰ੍ਹਾਂ ਦਾ ਜਿਹੜਾ ਨਾਲ ਦੀ ਨਾਲ ਸੋਸ਼ਲ ਮੀਡੀਆ ਨੂੰ ਵਰਤ ਰਿਹਾ ਜੀ। ਖੱਟਿਆ ਕੀ ਆ ਜੀ, ਮੈਨੂੰ ਇਹ ਦੱਸ ਦਿਓ ਤੁਸੀਂ। ਹਾਲੇ ਇਹ ਵੀ ਨਹੀਂ ਪਤਾ ਕਿ ਭੁਲੱਥ ਵਾਲੀ ਸੀਟ ਉਹ ਜਿੱਤ ਸਕਣਗੇ ਜਾਂ ਨਹੀਂ, ਕਿਉਂਕਿ ਭੁਲੱਥ ਦੇ ਉੱਤੇ ਸਮੀਕਰਨ ਬਦਲਨੇ ਆ। ਜਿਸ ਤਰ੍ਹਾਂ ਦੀ ਸਿਆਸਤ ਹੈ ਸਾਡੇ ਇੱਥੇ, ਆਇਆ ਰਾਮ ਗਿਆ ਰਾਮ ਦੀ ਪੋਲਿਟਿਕਸ ਜਿਹੜੀ ਇਹਨਾਂ ਮਹੀਨਿਆਂ ਦੇ ਵਿੱਚ ਹੋਰ ਤੇਜ਼ ਹੋਣੀ ਹੈ। ਬਹੁਤ ਸਾਰੇ ਨਵੇਂ ਲੋਕ ਆਉਣੇ ਆ। ਬੀਬੀ ਜਗੀਰ ਕੌਰ ਬਾਰੇ ਗੱਲਾਂ ਹੋ ਰਹੀਆਂ ਕਿ ਸ਼ਾਇਦ ਉਹਨਾਂ ਪ੍ਰਤੀ ਥੋੜਾ ਜਿਹੜਾ ਨਰਮ ਗੋਸ਼ਾ ਰਹਿੰਦਾ ਰਿਹਾ ਹਮੇਸ਼ਾ ਬਾਦਲ ਪਰਿਵਾਰ ਦਾ, ਉਹਦੇ 'ਚ ਵੀ ਕਿਤੇ ਨਾ ਕਿਤੇ ਕਮੀ ਆਈ ਹੈ। ਤੇ ਇਹ ਵੀ ਖਬਰਾਂ ਆ ਰਹੀਆਂ ਕਿ ਜਿੱਦਾਂ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਸੱਜਣ ਸਿੰਘ ਚੀਮੇ ਦਾ, ਵੀ ਕਿਵੇਂ ਉਹ ਵਾਪਸ ਆਮ ਆਦਮੀ ਪਾਰਟੀ 'ਚ ਆਏ ਆ, ਵੀ ਸ਼ਾਇਦ ਉਹ ਇਸੇ ਰਣਨੀਤੀ ਦੇ ਤਹਿਤ ਆਏ ਆ ਵੀ ਸੁਲਤਾਨਪੁਰ ਵਾਲੀ ਜਿਹੜੀ ਸੀਟ ਤਾਂ ਹੀ ਮਿਲਣੀ ਆ ਜੇ ਵਾਪਸ ਆਮ ਆਦਮੀ ਪਾਰਟੀ ਜਾਈਏ। ਅਕਾਲੀ ਦਲ ਦੇ ਵਿੱਚ ਕੁਝ ਨਵੀਂ ਖਿਚੜੀ ਪੱਕ ਰਹੀ ਹੈ ਰਾਣਾ ਗੁਰਜੀਤ ਨੂੰ ਲੈ ਕੇ। ਰਾਣਾ ਗੁਰਜੀਤ ਜਿਹੜੇ ਕਾਂਗਰਸ ਪਾਰਟੀ ਦੇ ਫਾਈਬਰੈਂਟ ਲੀਡਰ ਰਹੇ ਨੇ, ਕਿਸੇ ਵੇਲੇ ਮੰਤਰੀ ਵੀ ਸੀ, ਸ਼ੁਰੂਆਤੀ ਜਿਹੜੀ ਵਜ਼ਾਰਤ ਬਣੀ ਸੀ, ਤੇ ਪਰ ਬਾਅਦ ਵਿੱਚ ਬਹੁਤ ਵੱਡੇ ਉਹਨਾਂ ਤੇ ਇਲਜ਼ਾਮ ਲੱਗੇ, ਤੇ ਇਲਜ਼ਾਮ ਲਾਉਣ ਵਾਲਿਆਂ ਦੇ ਵਿੱਚ ਵੀ ਤੇ ਉਹਨਾਂ ਦੀ ਗੱਦੀ ਖੋਹਣ ਵਾਲਿਆਂ ਦੇ ਵਿੱਚ ਵੀ ਸੁਖਪਾਲ ਸਿੰਘ ਖਹਿਰਾ ਦਾ ਤੇਜ਼ ਤਰਾਰ ਕਿਸਮ ਦਾ ਐਕਟ ਰਿਹਾ। ਤੇ ਸੋ ਜੇ ਸਾਰਾ ਕੁਝ ਇਸ ਢੰਗ ਨਾਲ ਹੋਏਗਾ, ਆਉਣ ਵਾਲੇ ਦਿਨਾਂ ਦੇ ਵਿੱਚ 4 ਸੀਟਾਂ ਦਾ ਪਤਾ ਲੱਗ ਰਿਹਾ ਵੀ ਉਹਨਾਂ ਦੇ ਕੋਈ ਤਾਲਮੇਲ ਹੈ ਵੀ ਭੁਲੱਥ ਦੇ ਨਾਲ 3 ਸੀਟਾਂ ਹੋਰ ਜਿਹੜੀਆਂ ਉਹਨਾਂ ਦੇ ਬੰਦਿਆਂ ਨੂੰ ਦਿੱਤੀਆਂ ਜਾਣ। ਜੇ ਹੋ ਜਾਂਦਾ ਤੇ ਫਿਰ ਭੁਲੱਥ ਬਾਰੇ ਵੀ ਕੋਈ ਗਰੰਟੀ ਨਹੀਂ ਕਰ ਸਕਦੇ। ਜੇ ਰਾਣਾ ਗੁਰਜੀਤ ਉਹਨਾਂ ਦੇ ਮੁਕਾਬਲੇ ਕੈਂਡੀਡੇਟ ਆਉਂਦੇ ਆ ਵੀ
ਸੁਖਪਾਲ ਖਹਿਰਾ ਜਿੱਤ ਜੇ ਜਾਂ ਨਹੀਂ ਜਿੱਤਦੇ। ਪਰ ਮੈਂ ਇਹ ਕਹਿੰਦਾ ਵੀ ਜਿੱਤ ਵੀ ਜਾਣ ਭੁਲੱਥ ਤੋਂ, ਜਿੱਦਾਂ ਉਹ ਕਹਿੰਦੇ ਸਾਡਾ ਪਰਿਵਾਰਕ ਹਲਕਾ ਹੈ ਜੀ, 50 ਸਾਲ ਤੋਂ ਅਸੀਂ ਇੱਥੇ ਆ ਜੀ, ਮਤਲਬ ਜੱਦੀ ਪੁਸ਼ਤੀ ਇੱਕ ਕਿਸਮ ਦੇ ਮਾਲਕ ਸਮਝਦੇ ਆਪਣੇ ਆਪ ਨੂੰ ਭੁਲੱਥ ਦੇ। ਜੇ ਉਹ ਜਿੱਤ ਵੀ ਜਾਣ ਤਾਂ ਵੀ ਕੀ ਖੱਟਿਆ, ਜਿਸ ਨੈਤਿਕਤਾ ਦੀ ਦੁਹਾਈ ਦਿੰਦੇ ਰਹੇ, ਜਿਹਦੇ ਕਰਕੇ ਇੱਕ ਕਦਰ, ਇੱਕ ਇੱਜ਼ਤ, ਇੱਕ ਰਿਸਪੈਕਟ ਜਿਹੜੀ ਆ ਸੁਖਪਾਲ ਖਹਿਰਾ ਦੀ ਸੀ, ਉਹ ਨਾ ਵੀ ਇਲੈਕਸ਼ਨ ਲੜਦੇ ਤਾਂ ਵੀ ਰਿਸਪੈਕਟ ਬਣੀ ਰਹਿੰਦੀ। ਤੇ ਉਹ ਬੇਸ਼ੱਕ ਹਾਰ ਜਾਂਦੇ ਚੋਣਾਂ ਦੇ ਵਿੱਚ, ਇਕੱਲੇ ਲੜ ਕੇ, ਚਾਹੇ ਇੰਡੀਪੈਂਡੈਂਟ ਲੜਦੇ ਜਾਂ ਕੁਝ ਤਾਲਮੇਲ ਕਰਦੇ, ਜਿਹੜੀਆਂ ਅਕਾਲੀ ਦਲ, ਬੀਜੇਪੀ ਜਾਂ ਕਾਂਗਰਸ ਦੇ ਤੋਂ ਬਾਹਰ ਜਿਹੜੀਆਂ ਪੋਲੀਟੀਕਲ ਪਾਰਟੀਆਂ, ਭਾਵੇਂ ਉਹ ਛੋਟੀਆਂ ਪਾਰਟੀਆਂ ਰਹਿੰਦੀਆਂ, ਤੇ ਤਾਂ ਵੀ ਉਹ ਮੁਕਾਬਲਾ ਵੀ ਦੇ ਸਕਦੇ ਸੀ ਤੇ ਜਿੱਤ ਵੀ ਸਕਦੇ ਸੀ, ਤੇ ਜੇ ਹਾਰ ਵੀ ਜਾਂਦੇ ਤਾਂ ਵੀ ਕੋਈ ਨੁਕਸਾਨ ਨਹੀਂ ਸੀ। ਜਿਹੜਾ ਸ਼ਖਸੀ ਨੁਕਸਾਨ ਹੋ ਜਾਂਦਾ ਕਿਸੇ ਬੰਦੇ ਦਾ, ਜਦੋਂ ਤੁਹਾਡੀ ਜ਼ਮੀਰ ਤੇ ਸਵਾਲ ਉੱਠਣ ਲੱਗ ਪੈਂਦੇ ਆ, ਫਿਰ ਤੁਸੀਂ ਭਾਵੇਂ ਚਿਹਰਾ ਮੋਹਰਾ ਹੱਸਦਾ ਦਿਖਾਓ ਆਪਣਾ, ਜਿੰਨੇ ਮਰਜ਼ੀ ਤੁਸੀਂ ਕਹਿ ਲਓ ਵੀ ਲੌਜਿਕ ਦੇਣ ਦੀ ਕੋਸ਼ਿਸ਼ ਕਰੋ, ਭਾਵੇਂ ਆਪਣੇ ਹਲਕੇ ਦੀਆਂ ਫੋਟੋਆਂ ਪਾਓ, ਪੁਰਾਣੀਆਂ ਪਾਓ, ਹੁਣ ਦੀਆਂ ਪਾਓ, ਵੀ ਦੇਖੋ ਜੀ ਪਹਿਲਾਂ ਉਹ ਜਿੱਦਣ ਉਹ 3 ਜੂਨ ਸੀ ਸ਼ਾਇਦ ਜਾਂ 2 ਜੂਨ ਸੀ, ਜਦੋਂ ਕਾਂਗਰਸ ਗਏ ਨੇ, ਕੈਪਟਨ ਅਮਰਿੰਦਰ ਤੇ ਪ੍ਰਨੀਤ ਕੌਰ ਦੇ ਹੈਲੀਪੈਡ ਦੇ ਉੱਤੇ ਜਾ ਕੇ ਉਹਨਾਂ ਨੇ ਕਾਂਗਰਸ ਪਾਰਟੀ 'ਚ ਸ਼ਮੂਲੀਅਤ ਦਾ ਐਲਾਨ ਕੀਤਾ। ਉਹ ਕੈਪਟਨ ਅਮਰਿੰਦਰ ਦੀ ਆਪਣੀ ਰਣਨੀਤੀ ਸੀ ਵੀ ਹਾਈਕਮਾਨ ਨੂੰ ਮਿਲਣ ਤੋਂ ਪਹਿਲਾਂ ਇਸ ਤਰ੍ਹਾਂ ਦਾ ਇੱਕ ਪ੍ਰਬੰਧ ਕਰ ਦਿੱਤਾ ਜਾਏ ਤਾਂ ਜੋ ਨਵਜੋਤ ਸਿੰਘ ਸਿੱਧੂ ਦੇ ਪੈਰਲਰ ਇਹ ਦੱਸਿਆ ਜਾਵੇ ਕਿ ਜੇ ਮੇਰੀ ਪਾਰਟੀ 'ਚ ਮੇਰੇ ਖਿਲਾਫ 2-4 MLA ਆ, ਤਾਂ ਜਿਹੜੀਆਂ ਦੂਜੀਆਂ ਛੋਟੀਆਂ ਪਾਰਟੀਆਂ ਵੀ ਆ ਉਹਨਾਂ 'ਚ ਵੀ ਮੇਰੀ ਪੂਰੀ ਭੱਲ ਹੈ, ਦੇਖੋ ਮੈਂ 3 ਬੰਦੇ ਲੈ ਆਇਆ, ਹੋਰ ਵੀ ਲੈ ਆਊਂਗਾ ਮੈਂ। ਉਹ ਇੱਦਾਂ ਦਾ ਮਾਹੌਲ ਦਿਖਾਉਣਾ ਚਾਹੁੰਦੇ ਸੀ ਹਾਈਕਮਾਨ ਨੂੰ, ਤੇ ਉਹਨੇ ਦਿਖਾਇਆ ਵੀ। ਪਰ ਇਹ ਉਹ ਸਮਾਂ ਸੀ ਜਦੋਂ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਸੀ, ਤੇ 15 ਮਿੰਟ ਬਾਅਦ ਭੁਲੱਥ ਹਲਕੇ ਦੀਆਂ ਫੋਟੋਆਂ ਪਾਈਆਂ ਸੋਸ਼ਲ ਮੀਡੀਆ ਤੇ, ਇਹਨੇ ਸੁਖਪਾਲ ਖਹਿਰੇ ਨੇ ਵੀ ਉੱਥੇ ਲੱਡੂ ਵੰਡੇ ਜਾ ਰਹੇ ਆ, ਤੇ ਲੋਕਾਂ ਨੇ ਬਹੁਤ ਸਖਤ ਇਤਰਾਜ਼ ਕੀਤਾ ਵੀ ਘੱਲੂਘਾਰਾ ਹਫਤਾ ਚੱਲ ਰਿਹਾ ਤੇ ਤੈਨੂੰ ਖੁਸ਼ੀਆਂ ਦੀ ਪਈ ਹੋਈ ਹੈ ਤੇ ਤੂੰ ਲੱਡੂ ਵੰਡਦਾ ਵਡਾਉਂਦਾ ਫਿਰਦਾ। ਬਾਅਦ ਚ ਉਹਨਾਂ ਨੇ ਸੋਸ਼ਲ ਅਕਾਊਂਟਸ ਤੋਂ ਆਪਣੀਆਂ ਤਸਵੀਰਾਂ ਲਾਈਆਂ। ਸੋ ਕੀ ਖੱਟਿਆ? ਮੇਰਾ ਤਾਂ ਸਵਾਲ ਇਹ ਹੈ ਵੀ ਕੀ ਖੱਟਿਆ? ਪਹਿਲੀ ਗੱਲ ਤਾਂ ਇੱਦਾਂ ਦੇ ਲੀਡਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਪੰਜਾਬ ਲਈ ਲੜ ਰਹੇ ਹਾਂ ਜੀ, ਲੋਕਾਂ ਲਈ ਲੜ ਰਹੇ ਹਾਂ, ਉਹਨਾਂ ਦਾ ਕਾਂਗਰਸ ਪਾਰਟੀ ਵਰਗੀ ਪਾਰਟੀ 'ਚ, ਬੀਜੇਪੀ 'ਚ, ਅਕਾਲੀ ਦਲ 'ਚ ਹੋਣਾ ਹੀ ਆਪਣੇ ਆਪ ਦੇ ਵਿੱਚ ਸਵਾਲ ਹੈ। ਪਰ ਜੇ ਉੱਥੇ ਵੀ ਸੀ ਤਾਂ ਕੁਝ ਵੱਖਰਾ ਸਟੈਂਡ ਲੈ ਰਹੇ ਸੀ ਤਾਂ ਲੋਕ ਤੁਹਾਡੀ ਇੱਜ਼ਤ ਕਰਦੇ ਸੀ, ਹੁਣ ਕੋਈ ਇੱਜ਼ਤ ਨਹੀਂ ਜੀ। ਬਿਲਕੁਲ। ਦਸਾਂਝ ਸਾਹਿਬ, ਵੈਸੇ ਖਬਰ ਤਾਂ ਇਹ ਵੀ ਜਿਹੜੀ ਆ ਉਹ ਕਿਆਸ ਰਾਈਆਂ ਵਾਲੀ ਜ਼ਿਆਦਾ ਆ, ਔਰ ਕੁਝ ਇੱਕ ਤੁਹਾਡੇ ਵੀ ਦੋਸਤ ਮਿੱਤਰ ਨੇ ਜਿਹੜੇ ਇਹ ਖਬਰ ਨੂੰ ਹਾਈਲਾਈਟ ਕਰ ਰਹੇ ਨੇ ਕਿ ਜਿਹੜੀ ਬੀਜੇਪੀ ਦੀ ਇੱਕ ਪ੍ਰਥਾ ਚੱਲ ਪਈ ਆ ਕਿ ਜਿਹੜੀ ਸਟੇਟ ਉਹਦੇ ਤਾਬਿਆ ਨਹੀਂ ਰਹਿੰਦੀ ਉਹਨੂੰ ਸਜ਼ਾ ਦੇ ਦਿੱਤੀ ਜਾਵੇ, ਕਿਸੇ ਉਸੇ ਤਰੀਕੇ ਨਾਲ ਵਿਧਾਨਕ ਢੰਗ ਨਾਲ ਇਹੋ ਜਿਹੀ ਸਜ਼ਾ ਦਿੱਤੀ ਜਾਵੇ ਕਿ ਉਹ ਸਟੇਟ ਮੁੜ ਕੇ ਉੱਠ ਹੀ ਨਾ ਸਕੇ। ਜੰਮੂ ਕਸ਼ਮੀਰ ਦਾ ਹਾਲਾਤ ਆਪਾਂ ਵੇਖਿਆ ਕਿੱਦਾਂ ਉਹਨੂੰ 3 ਹਿੱਸਿਆਂ 'ਚ ਵੰਡ ਦਿੱਤਾ ਸੀ, ਤੇ ਹੁਣ ਖਬਰ ਇਹ ਚਲਾਈ ਜਾ ਰਹੀ ਆ ਕਿਤੇ ਨਾ ਕਿਤੇ ਕਿ ਮਮਤਾ ਬੈਨਰਜੀ ਦੀ ਜਿੱਤ ਤੋਂ ਬਖਲਾ ਕੇ ਪੋਸੀਬਿਲਿਟੀ ਆ ਕਿ ਬੰਗਾਲ ਦੇ ਵੀ 3 ਹਿੱਸੇ ਕਰ ਦਿੱਤੇ ਜਾਣ, ਉਹ 'ਚੋਂ ਕੁਝ ਹਿੱਸੇ ਨੂੰ ਯੂਟੀ ਬਣਾ ਕੇ ਤੇ 2 ਵੱਖ-ਵੱਖ ਹਿੱਸਿਆਂ 'ਚ ਵੰਡ ਦਿੱਤਾ ਜਾਵੇ। ਕੋਈ ਇਸ ਤਰ੍ਹਾਂ ਦੀ ਖਬਰ ਭਰੋਸੇਯੋਗਤਾ ਤੇ ਨਹੀਂ ਆ। ਇਹ ਕਈ ਗੱਲਾਂ ਪੁਸ਼ਟੀ ਵੀ ਨਹੀਂ ਕਰ ਸਕਦੇ। ਇਹ ਤਾਂ ਪੰਜਾਬ ਬਾਰੇ ਵੀ ਖਬਰਾਂ ਆਉਣ ਲੱਗ ਪਈਆਂ ਸੀ। ਹਾਂਜੀ, ਪਿੱਛੇ ਜੇ ਪੰਜਾਬ ਬਾਰੇ ਵੀ ਸੀ ਵੀ ਪਠਾਨਕੋਟ ਦਾ ਏਰੀਆ ਜਾਂ ਬਾਕੀ ਕੁਝ ਏਰੀਏ ਹੁਸ਼ਿਆਰਪੁਰ ਤੇ ਪਠਾਨਕੋਟ ਦਾ ਕੁਝ ਏਰੀਆ ਲਾਉਣ ਦੀ ਗੱਲ ਸੁਣਦੇ ਸੀ ਆਪਾਂ। ਹਾਂਜੀ, ਚਰਚਾ ਤੇ ਚੱਲਦੀ ਹੈ। ਇਹ ਜ਼ਰੂਰ ਹੈ, ਚਰਚਾ ਦੇ ਪਿੱਛੇ ਆਧਾਰ ਤਾਂ ਜ਼ਰੂਰ ਕੁਝ ਨਾ ਕੁਝ ਹੁੰਦਾ ਵੀ ਕਿਤੇ ਨਾ ਕਿਤੇ ਕੋਈ ਵਿਚਾਰ ਹੋ ਸਕਦਾ, ਜਿਹੜੀ ਹਿੰਦੂਤਵ ਦੀ ਰਾਜਨੀਤੀ ਕਰਨ ਵਾਲੀ ਧਿਰ ਹੈ ਉਹਦੇ 'ਚ ਇੱਦਾਂ ਦਾ ਚੱਲਦਾ ਵੀ ਹੋਵੇ। ਤੇ ਜਿੱਦਾਂ ਹੁਣ ਲਕਸ਼ਦੀਪ ਨੂੰ ਵੀ ਇੱਕ ਟਾਰਗੇਟ ਦੇ ਤੌਰ ਤੇ ਉੱਥੇ ਦੇਖ ਰਿਹਾ ਜੀ, ਆਪਾਂ ਖਬਰ ਸਾਂਝੀ ਕੀਤੀ ਸੀ ਪਿੱਛੇ। ਹਾਂਜੀ ਹਾਂਜੀ। ਤੇ ਹੁਣ ਪਰ ਇਹ ਪੋਸੀਬਿਲਿਟੀ ਇਸ ਕਰਕੇ ਨਹੀਂ ਹੈ ਵੀ ਪੰਜਾਬ ਜਾਂ ਪੱਛਮੀ ਬੰਗਾਲ ਕੋਈ ਜੰਮੂ ਕਸ਼ਮੀਰ ਨਹੀਂ ਹੈ, ਤੇ ਉੱਥੇ ਇੱਕ ਬਕਾਇਦਾ ਬੰਗਾਲ ਦੀ ਇੱਕ ਰਾਜਨੀਤੀ ਵੀ ਰਹੀ ਹੈ, ਤੇ ਜਿਹੜੀ ਹੁਣ ਇਸ ਵੇਲੇ ਕਾਬਜ਼ ਤੇ ਰਿਹਾ ਉੱਥੇ ਤ੍ਰਿਣਮੂਲ ਕਾਂਗਰਸ ਉਹ ਬੜੇ ਪ੍ਰਚੰਡ ਬਹੁਮਤ ਦੇ ਨਾਲ ਆ। ਭਵਿੱਖ ਦੇ ਵਿੱਚ ਵੀ ਇਦਾਂ ਦੀ ਸੰਭਾਵਨਾ ਨਹੀਂ ਹੋ ਸਕਦੀ। ਜੇ ਇਦਾਂ ਦੀ ਕੋਸ਼ਿਸ਼ ਕੀਤੀ ਗਈ ਤਾਂ ਸਗੋਂ ਭਾਰਤੀ ਜਨਤਾ ਪਾਰਟੀ ਲਈ ਬਹੁਤ ਸੰਕਟ ਦੀ ਸਥਿਤੀ ਹੋ ਜਾਏਗੀ। ਇਹ ਪੋਸੀਬਿਲਿਟੀ ਹੈ ਹੀ ਨਹੀਂ। ਪਰ ਚਰਚਾ ਚਲੋ ਚੱਲਦੀ ਰਹਿੰਦੀ ਹੈ, ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ। ਵਿਚਾਰ ਕਿਤੇ ਨਾ ਕਿਤੇ ਮਾੜਾ ਮੋਟਾ ਹੁੰਦਾ ਰਹਿੰਦਾ, ਇਦਾਂ ਦੀਆਂ ਤਾਕਤਾਂ ਇਦਾਂ ਦੀਆਂ ਛੁੱਟਦੀਆਂ ਆਈਆਂ ਛੱਡਦੀਆਂ ਰਹਿੰਦੀਆਂ ਹੁੰਦੀਆਂ। ਪਰ ਹਾਲ ਫਿਲਹਾਲ ਤਾਂ ਭਾਰਤੀ ਜਨਤਾ ਪਾਰਟੀ ਤੇ RSS ਨੂੰ ਆਪਣਾ ਫਿਕਰ ਲੱਗਾ ਹੋਇਆ, ਇੰਨਾ ਜ਼ਿਆਦਾ ਫਿਕਰ ਹੈ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਕਿਸਾਨ ਅੰਦੋਲਨ ਦਾ ਕੀ ਕਰੀਏ ਤੇ ਉੱਤਰ ਪ੍ਰਦੇਸ਼ ਨੂੰ ਫੇਰ ਤੋਂ ਕਿੱਦਾਂ ਉੱਥੇ ਆਪਣਾ ਪਰਚਮ ਲਹਿਰਾਈਏ। ਸੋ ਇਸ ਵੇਲੇ ਖੁਦ ਭਾਰਤੀ ਜਨਤਾ ਪਾਰਟੀ ਦੇ ਨਾਲ ਨਾਲ RSS ਵੀ ਫਿਕਰ 'ਚ ਹੈ, ਤੇ ਖੁਦ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਜਿਹੜੇ ਆ ਉਹਨਾਂ ਨੂੰ ਆਪਣਾ ਬਹੁਤ ਵੱਡਾ ਫਿਕਰ ਪਿਆ ਹੋਇਆ ਕਿ ਅਸੀਂ ਕਿੱਦਾਂ ਰਿਵਾਈਵ ਕਰਨਾ। ਸੋ ਇਸ ਪਾਸੇ ਵੱਲ ਨੂੰ ਵਧਣ ਦੀ ਕੋਤਾਹੀ ਜਿਹੜੀ ਹੈ ਹੋ ਹੀ ਨਹੀਂ ਸਕਦੀ। ਜੇ ਕਰਨਗੇ ਤਾਂ ਮਾਰ ਖਾਣਗੇ।
ਬਿਲਕੁਲ। ਦਸਾਂਝ ਸਾਹਿਬ, ਇੱਕ ਟਕੈਤ ਤਰ੍ਹਾਂ ਦਾ ਖਬਰ ਸੀ ਪਿਛਲੇ 2-3 ਦਿਨਾਂ ਤੋਂ ਕਿ ਮਮਤਾ ਬੈਨਰਜੀ ਨੂੰ ਮਿਲਣ ਲਈ ਉਹਨਾਂ ਕਲਕੱਤੇ ਜਾਣਾ, ਉਹ ਗਏ ਨੇ ਜਾਂ ਨਹੀਂ ਗਏ? ਜੇ ਗਏ ਤਾਂ ਉਹਨਾਂ ਦੀ ਕੋਈ ਗੱਲਬਾਤ ਹੋਈ ਜੀ? ਦੇਖੋ, ਨੈਸ਼ਨਲ ਪੋਲਿਟਿਕਸ ਜਿਹੜੀ ਹੈ ਹੁਣ ਨਵੇਂ ਤਰੀਕੇ ਨਾਲ ਡਿਜ਼ਾਈਨ ਹੋਣੀ ਹੈ। ਕੌਮੀ ਸਿਆਸਤ ਦੇ ਵਿੱਚ ਮਮਤਾ ਬੈਨਰਜੀ ਦੀ ਆਮਦ ਹੋਣੀ ਹੈ, ਕਿਸ ਰੂਪ 'ਚ ਹੁੰਦੀ ਹੈ ਇਹਦਾ ਅਸੀਂ ਭਵਿੱਖਬਾਣੀ ਨਹੀਂ ਕਰ ਸਕਦੇ, ਪਰ ਜਿੱਦਾਂ ਚਰਚਾ ਚੱਲਦੀ ਰਹੀ ਹੈ ਵੀ ਸ਼ਾਇਦ ਉਹ ਯੂਪੀਏ ਦਾ ਕੋਈ ਰੂਪ ਬਦਲ ਸਕਦਾ ਹੈ, ਤੇ ਸੋਨੀਆ ਗਾਂਧੀ ਜਿਹੜੇ ਆ ਉਹਨਾਂ ਨੂੰ ਸ਼ਾਇਦ ਆਰਾਮ ਕਰਨ ਦੀ ਸਲਾਹ ਦਿੱਤੀ ਜਾ ਸਕਦੀ ਹੈ ਯੂਪੀਏ ਦੇ ਵਿੱਚ ਜਿਹੜੀਆਂ ਧਿਰਾਂ ਨੇ, ਤੇ ਬੀਬੀ ਮਮਤਾ ਬੈਨਰਜੀ ਨੂੰ ਯੂਪੀਏ ਦੀ ਚੇਅਰਪਰਸਨ ਲਾਇਆ ਜਾਂਦਾ, ਇੱਦਾਂ ਦੀ ਚਰਚਾ ਮਤਲਬ ਚੱਲਦੀ ਹੈ। ਇਨ ਬਿਟਵੀਨ ਇੱਕ ਵੀ ਚਰਚਾ ਹੈ ਕਿ ਜਦੋਂ ਹੁਣ ਯੂਪੀ ਦੇ ਵਿੱਚ ਚੋਣਾਂ ਹੋਣੀਆਂ ਤੇ ਫਿਰ ਜਿਹੜਾ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ, ਜਿੱਦਾਂ ਕਿਸਾਨ ਅੰਦੋਲਨ ਦੀ ਲੀਡ ਕਰ ਰਹੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ, ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੋਇਆ ਵੀ ਜੇ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਦੀ ਭਾਸ਼ਾ ਹੀ ਸਮਝ ਆਉਂਦੀ ਹੈ ਤਾਂ ਫਿਰ ਠੀਕ ਹੈ, ਬੰਗਾਲ ਵਾਂਗ ਅਸੀਂ ਯੂਪੀ 'ਚ ਵੀ ਜਾਵਾਂਗੇ ਤੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਿਹੜੀ ਹੈ ਪ੍ਰਚਾਰ ਕਰਾਂਗੇ। ਤੇ ਸ਼ਾਇਦ ਮੈਨੂੰ ਲੱਗਦਾ ਹੈ ਕਿ ਰਾਕੇਸ਼ ਟਕੈਤ ਤੇ ਮਮਤਾ ਬੈਨਰਜੀ ਦੀ ਮੀਟਿੰਗ ਦੇ ਅਰਥ ਜਿਹੜੇ ਇਹ ਹੋ ਸਕਦੇ ਆ ਵੀ ਭਵਿੱਖ ਦੇ ਵਿੱਚ ਜੇ ਮਮਤਾ ਬੈਨਰਜੀ ਕੌਮੀ ਸੀਨ ਤੇ ਉੱਭਰਦੇ ਆ ਤੇ ਫਿਰ ਉਹ ਇਲੈਕਸ਼ਨ ਜਿਹੜੀ ਆ ਯੂਪੀ ਦੀ ਉਹਦੇ 'ਚ ਕਿਤੇ ਆਉਂਦੇ ਆ ਤਾਂ ਫਿਰ ਭੀੜਾਂ ਇਕੱਠੀਆਂ ਕਰਨ ਦੀ ਜ਼ਿੰਮੇਵਾਰੀ ਸ਼ਾਇਦ ਰਾਕੇਸ਼ ਟਕੈਤ ਦੀ ਹੋ ਸਕਦੀ ਹੈ, ਖਾਸ ਤੌਰ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਜਦੋਂ ਮਤਲਬ ਆਉਣ ਮਮਤਾ ਬੈਨਰਜੀ ਤੇ ਫਿਰ ਵੱਡੀ ਤਾਦਾਦ ਦੇ ਵਿੱਚ ਲੋਕ ਜਿਹੜੇ ਉਹਨਾਂ ਮੀਟਿੰਗਸ ਦੇ ਵਿੱਚ ਜਾਂ ਉਹਨਾਂ ਚੋਣ ਰੈਲੀਆਂ 'ਚ ਸ਼ਾਮਲ ਹੋਣ, ਭਾਵੇਂ ਉਹ ਕਿਸੇ ਦੇ ਪੱਖ 'ਚ ਕਰਨ ਜਾਂ ਕਿਸੇ ਦੇ ਵਿਰੋਧ 'ਚ ਆਪਣੀ ਚੋਣ ਰੈਲੀ ਚੋਣ ਆਉਣਗੇ। ਉਹ ਤਾਂ ਨੈਚੁਰਲੀ ਆ, ਜਿਸ ਤਰ੍ਹਾਂ ਦਾ ਟਕਰਾਅ ਆ ਉਹ ਐਨਡੀਏ ਦਾ ਪਾਰਟ ਤਾਂ ਹੁਣ ਬਣ ਨਹੀਂ ਸਕਦੀ, ਲਾਜ਼ਮੀ ਆ ਜਾਂ ਉਹ ਯੂਪੀਏ ਦਾ ਪਾਰਟ ਬਣਨਗੇ ਜਾਂ ਫਿਰ ਕੋਈ ਨਵਾਂ ਸ਼ਾਇਦ ਪਲੇਟਫਾਰਮ ਨਾ ਕੋਈ ਵੱਖਰਾ ਹੋ ਸਕਦਾ, ਉਸ ਪਲੇਟਫਾਰਮ ਤੇ ਆਉਣਗੇ ਕੌਮੀ ਸੀਨ ਦੇ ਉੱਤੇ। ਸੋ ਸ਼ਾਇਦ ਇਹ ਇਸ ਤਰ੍ਹਾਂ ਦੀ ਕੋਈ ਤਾਲਮੇਲ ਦੀ ਸਥਿਤੀ ਹੋ ਸਕਦੀ ਹੈ। ਦੂਜਾ, ਉਹ ਸ਼ਾਇਦ ਕੋਈ ਰਿਸਪੈਕਟ ਫੁੱਲੀ ਜਿਹੜਾ ਕੋਈ ਧੰਨਵਾਦ ਵੀ ਕਰਨਾ ਚਾਹੁੰਦੇ ਰਾਕੇਸ਼ ਟਕੈਤ ਦਾ। ਤੇ 10 ਤਰੀਕ ਦੀ ਮੀਟਿੰਗ ਬਾਰੇ ਮੈਨੂੰ ਪਤਾ ਲੱਗਾ ਸੀ ਕਿ ਸ਼ਾਇਦ 10 ਤਰੀਕ ਨੂੰ ਇਹ ਮੀਟਿੰਗ ਜਿਹੜੀ ਆ ਹੋਣੀ ਹੈ ਜੀ। ਦਸਾਂਝ ਸਾਹਿਬ, ਨੀਤੀ ਆਯੋਗ ਦੇ ਖੇਤੀਬਾੜੀ ਦੇ ਜਿਹੜੇ ਮੈਂਬਰ ਨੇ ਰਮੇਸ਼ ਚੰਦਰੀ, ਕੱਲ੍ਹ ਉਹਨਾਂ ਦੀ ਆਪਾਂ ਖਬਰ ਸਾਂਝੀ ਕੀਤੀ ਸੀ, ਜਿਨ੍ਹਾਂ ਨੇ ਕਿਹਾ ਸੀ ਕਿ ਜਿਹੜਾ ਕਰੋਨਾ ਦਾ ਸੈਕੰਡ ਵੇਵ ਹੈ ਉਹਦਾ ਖੇਤੀ ਤੇ ਕੋਈ ਪ੍ਰਭਾਵ ਨਹੀਂ ਪੈ ਰਿਹਾ, ਤੇ ਉਹਨਾਂ ਦੇ ਅੱਜ ਫਿਰ ਇੱਕ ਬਿਆਨ ਲੱਗਾ ਆ ਕਿ ਜਿਹੜੇ ਕਿਸਾਨ ਲੀਡਰਸ਼ਿਪ ਆ ਉਹ ਅੰਦੋਲਨ ਕਰਨ ਦੀ ਥਾਂ ਇੱਕ ਵਾਰੀ ਫਿਰ ਸਰਕਾਰ ਨੂੰ ਇਸ ਗੱਲ ਤੋਂ ਬਜੇਦਨਾ ਰਹਿਣ ਕਿ ਖੇਤੀ ਕਾਨੂੰਨ ਜਿਹੜੇ ਆ ਉਹ ਰੱਦ ਕੀਤੇ ਜਾਣ, ਉਹਨਾਂ ਦੇ ਵਿੱਚ ਜਿਹੜੀਆਂ ਖਾਮੀਆਂ ਨੇ ਉਹਨਾਂ ਨੂੰ ਅੱਗੇ ਲੈ ਕੇ ਆਉਣ ਤਾਂ ਕਿ ਸਰਕਾਰ ਉਹਨਾਂ ਨੂੰ ਦੂਰ ਕਰ ਸਕੇ। ਤੇ ਨਾਲ ਦੀ ਨਾਲ ਉਹਨਾਂ ਨੇ ਰਾਕੇਸ਼ ਟਕੈਤ ਧਿਰਾਂ ਦਾ ਸਵਾਗਤ ਕੀਤਾ ਹੈ ਕਿ ਉਹਨਾਂ ਨੇ ਕਿਹਾ ਕਿ ਗੱਲਬਾਤ ਦੁਬਾਰਾ ਸ਼ੁਰੂ ਹੋਣੀ ਚਾਹੀਦੀ ਆ। ਮਤਲਬ ਇਹ ਸੰਕੇਤ ਜਿਹੜੇ ਆ ਕਿ ਇਹ ਜਿਹੜੇ ਹੈਗੇ ਨੇ ਖੇਤੀ ਦੇ ਸਲਾਹਕਾਰ ਰਮੇਸ਼ ਚੰਦਰੀ, ਉਹ ਆਪਣੇ ਲੈਵਲ ਤੇ ਦੇ ਰਹੇ ਆ ਜਾਂ ਕੋਈ ਸਰਕਾਰੀ ਧਿਰ ਵੱਲੋਂ ਇਹ ਸੰਕੇਤ ਸਮਝੇ ਜਾਣ? ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਸਰਕਾਰ ਦਾ ਜ਼ਿਕਰ ਕੀਤਾ, ਨੀਤੀ ਆਯੋਗ ਸਰਕਾਰ ਤੋਂ ਬਾਹਰ ਨਹੀਂ ਹੈ, ਪਹਿਲੀ ਗੱਲ ਤਾਂ ਇਹ ਆ। ਉਹਨਾਂ ਨੇ ਸਰਕਾਰ ਦਾ ਜ਼ਿਕਰ ਕੀਤਾ ਵੀ ਸਰਕਾਰ ਤਿੰਨੇ ਕਾਨੂੰਨਾਂ ਦੀ ਇੱਕ ਮੱਦ ਉੱਤੇ ਜਿਹੜੀ ਆ ਗੱਲ ਕਰਨ ਨੂੰ ਤਿਆਰ ਹੈ। ਇਹ ਕਿਹਾ ਉਹਨਾਂ ਨੇ। ਇਹ ਗੱਲ ਤੇ ਵੈਸੇ ਕਹਿੰਦੇ ਰਹੇ, ਉਹਨਾਂ ਦੇ ਮੰਤਰੀ ਵੀ ਪਹਿਲਾਂ ਕਹਿੰਦੇ ਰਹੇ, ਪਰ ਕਰਦੇ ਨਹੀਂ ਨਾ, ਹੁੰਦਾ ਕੁਝ ਨਹੀਂ ਨਾ ਸਰ। ਬਿਲਕੁਲ ਇਹੀ ਮੈਂ ਕਹਿ ਰਿਹਾ, ਪਰ ਮਸਲਾ ਇਹ ਹੈ ਵੀ ਨੀਤੀ ਆਯੋਗ ਦੇ ਸਲਾਹਕਾਰ ਜਿਹੜੇ ਆ ਰਮੇਸ਼ ਚੰਦ, ਉਹ ਬੋਲ ਰਹੇ ਨੇ ਸਰਕਾਰ ਵੱਲੋਂ, ਪਰ ਸਰਕਾਰ ਕਿਉਂ ਨਹੀਂ ਬੋਲਦੀ? ਜਿਹੜਾ ਕਿਸਾਨਾਂ ਨੂੰ ਕਿਹਾ ਜਾ ਰਿਹਾ ਵੀ ਕਿਸਾਨ ਲੀਡਰਸ਼ਿਪ ਜਿਹੜੀ ਆ ਉਹ ਹਾਂ ਪੱਕੀ ਸੰਕੇਤ ਦੇਵੇ, ਲਿਖਤੀ ਤੌਰ ਦੇ ਉੱਤੇ ਕਿਸਾਨ ਜਥੇਬੰਦੀਆਂ ਨੇ ਚਿੱਠੀ ਵੀ ਭੇਜੀ ਹੋਈ ਹੈ। ਜਦੋਂ ਕਿਹਾ ਜਾ ਰਿਹਾ ਸੀ ਸਰਕਾਰ ਵੱਲੋਂ ਲਓ ਜੀ ਅਸੀਂ ਤਾਂ ਗੱਲ ਕਰਨ ਨੂੰ ਤਿਆਰ ਹੈ, ਇੱਕ ਫੋਨ ਕਾਲ ਦੀ ਦੂਰੀ ਤੇ ਅਸੀਂ ਬੈਠੇ ਹਾਂ ਤੇ ਕਿਸਾਨ ਨਹੀਂ ਗੱਲਬਾਤ ਕਰਨਾ ਚਾਹੁੰਦੇ, ਕਿਸਾਨ ਜਥੇਬੰਦੀਆਂ ਨੇ ਸਰਕਾਰ ਦੇ ਇਸ ਤਰਕ ਨੂੰ ਵੀ ਜਿਹੜਾ ਆ ਕਿਤੇ ਨਾ ਕਿਤੇ ਰੱਦ ਕਰ ਦਿੱਤਾ ਜਦੋਂ ਆਪਣੀ ਚਿੱਠੀ ਲਿਖ ਕੇ ਉਹਨਾਂ ਨੇ ਭੇਜੀ ਵੀ ਅਸੀਂ ਗੱਲਬਾਤ ਲਈ ਤਿਆਰ ਹੈ, ਪਰ ਸਰਕਾਰ ਫਿਰ ਵੀ ਗੱਲਬਾਤ ਲਈ ਨਹੀਂ ਆ ਰਹੀ। ਪਰ ਨੀਤੀ ਆਯੋਗ ਦੇ ਸਲਾਹਕਾਰ ਦੀ ਜਿਹੜੀ ਜਿਹੜਾ ਬਿਆਨ ਹੈ ਉਹਨੂੰ ਇੱਦਾਂ ਦੇਖਿਆ ਜਾ ਸਕਦਾ ਹੈ ਵੀ ਸ਼ਾਇਦ ਸਰਕਾਰ ਹੁਣ ਇਹਦੇ ਬਾਰੇ ਸੋਚ ਰਹੀ ਹੈ ਵੀ ਕਿਸੇ ਤਰੀਕੇ ਦੇ ਨਾਲ ਗੱਲਬਾਤ ਫੇਰ ਤੋਂ ਸ਼ੁਰੂ ਹੋ ਸਕੇ। ਜਿੱਦਾਂ ਸ਼ਾਇਦ ਤੁਸੀਂ ਜ਼ਿਕਰ ਕੀਤਾ ਸੀ ਇੱਕ ਦਿਨ ਵੀ ਇੰਟੈਲੀਜੈਂਸ ਦਾ ਜਿਹੜਾ ਚੀਫ ਹੈ ਉਹਦੀ ਡਿਊਟੀ ਲਾਈ ਗਈ ਹੈ ਵੀ ਤੂੰ ਕਿਸਾਨਾਂ ਦੇ ਨਾਲ ਕਿਸੇ ਤਰੀਕੇ ਨਾਲ ਫੇਰ ਤੋਂ ਤਾਲਮੇਲ ਜਿਹੜਾ ਬਣਾ ਕੇ ਡਾਇਲੋਗ ਦਾ ਟੇਬਲ ਫੇਰ ਤੋਂ ਸਜਾਇਆ ਜਾਏ। ਇਹਦੇ ਸ਼ਾਇਦ ਰਮੇਸ਼ ਚੰਦ ਹੋਰਾਂ ਨੂੰ ਵੀ ਕਿਤੇ ਨਾ ਕਿਤੇ ਕਿਸੇ ਕਹਿ ਲਓ ਵੀ ਡਿਊਟੀ 'ਚ ਲਾਇਆ ਗਿਆ ਹੋਏਗਾ, ਜ਼ਿੰਮੇਵਾਰੀ ਕੋਈ ਦਿੱਤੀ ਗਈ ਹੋਏਗੀ ਵੀ ਕਿਸਾਨ ਜਥੇਬੰਦੀਆਂ ਨਾਲ ਫੇਰ ਤੋਂ ਗੱਲਬਾਤ ਸ਼ੁਰੂ ਹੋ ਸਕੇ। ਸ਼ਾਇਦ ਮੈਨੂੰ ਲੱਗਦਾ ਕਿਸਾਨਾਂ ਨੇ ਤਾਂ ਕਿਸੇ ਕਿਸਮ ਦੀ ਜ਼ਿੱਦ ਨਹੀਂ ਕੀਤੀ, ਕਿਸਾਨਾਂ ਨੇ ਤਾਂ ਆਪਣੀ ਈਗੋ ਛੱਡੀ ਹੋਈ ਹੈ
ਕਿਸਾਨਾਂ ਨੇ ਤਾਂ ਜੇ ਈਗੋ 'ਚ ਰਹਿੰਦੀਆਂ ਕਿਸਾਨ ਜਥੇਬੰਦੀਆਂ, ਤਾਂ ਉਹ ਚਿੱਠੀ ਨਹੀਂ ਲਿਖਦੀਆਂ ਕਿਸਾਨ ਜਥੇਬੰਦੀਆਂ, ਭਾਵੇਂ ਉਹਦੇ ਲਈ ਕਿਸਾਨ ਲੀਡਰਸ਼ਿਪ ਨੂੰ ਬਹੁਤ ਸਾਰੇ ਥਾਵਾਂ ਤੋਂ ਨੁਕਤਾਚੀਨੀ ਵੀ ਬਰਦਾਸ਼ਤ ਕਰਨੀ ਪਈ, ਪਰ ਉਹਨਾਂ ਨੇ ਫਿਰ ਵੀ ਚਿੱਠੀ ਲਿਖੀ ਹੈ। ਸਰਕਾਰ ਦੀ ਜ਼ਿੱਦ ਹੈ ਵੀ ਹਾਂ ਵੀ ਜੇ ਮਤਲਬ ਲੱਤ ਦੇ ਥੱਲੇ ਲਗਾਉਣੇ ਆ ਇਹ, ਵੀ ਗੱਲ ਕਰਨੀ ਵੀ ਚਾਹੁੰਦੀ ਆ ਸਰਕਾਰ, ਪਰ ਉਹਨੂੰ ਇਹ ਸਮਝ ਨਹੀਂ ਆ ਰਹੀ ਕਿ ਗੱਲਬਾਤ ਫੇਰ ਤੋਂ ਕਿੱਦਾਂ ਸ਼ੁਰੂ ਕੀਤੀ ਜਾਏ। ਉਹ ਇਹਦੇ 'ਚ ਵੀ ਆਪਣੀ ਹਾਰ ਸਮਝਦੀ ਹੈ ਵੀ ਜੇ ਫੇਰ ਸਰਕਾਰ ਗੱਲਬਾਤ ਦਾ ਸੱਦਾ ਦੇਗੀ ਤਾਂ ਸ਼ਾਇਦ ਲੋਕਾਂ 'ਚ ਇਹ ਮੈਸੇਜ ਕਨਵੇ ਹੋਏਗਾ, ਲਓ ਜੀ ਸਰਕਾਰ ਤਾਂ ਝੁਕ ਗਈ। ਉਹ ਇਹਦੇ 'ਚ ਵੀ ਆਪਣੀ ਹਾਰ ਮਤਲਬ ਕਿਤੇ ਨਾ ਕਿਤੇ ਦੇਖ ਰਹੀ ਹੈ। ਜਦ ਕਿ ਜਿਹੜੀ ਚੰਗੀ ਸਰਕਾਰ ਹੁੰਦੀ ਆ, ਸਿਆਣੀ ਸਰਕਾਰ ਹੁੰਦੀ ਹੈ, ਉਹ ਇਦਾਂ ਦੇ ਮਾਮਲੇ ਜਿਹੜੇ ਆ ਉਹ ਸੁਲਝਾਉਣ ਦੇ ਵਿੱਚ ਪਹਿਲ ਕਦਮੀ ਕਰਿਆ ਕਰਦੀ ਹੈ। ਇਹ ਸਰਕਾਰ ਨਹੀਂ ਹੈ ਅਸਲ ਦੇ ਵਿੱਚ, ਇੱਕ ਵਿਅਕਤੀ, ਦੋ ਵਿਅਕਤੀ ਜਾਂ ਤਿੰਨ ਵਿਅਕਤੀਆਂ ਦੀ ਹਉਮੈ ਹੈ, ਈਗੋ ਆ। ਈਗੋ ਦੀ ਵੀ ਇੱਕ ਅਗਲਾ ਲਫ਼ਜ਼ ਹੁੰਦਾ ਸੁਪਰ ਈਗੋ ਆ, ਜਿਹਦੇ ਕਰਕੇ ਇਹ ਡੈਡਲੌਕ ਦੀ ਸਥਿਤੀ ਜਿਹੜੀ ਬਣੀ ਹੋਈ ਆ। ਤੇ ਮੈਨੂੰ ਯਾਦ ਹੈ ਕਿ ਸ਼ਾਇਦ ਮਮਤਾ ਬੈਨਰਜੀ ਦੇ ਹਵਾਲੇ ਨਾਲ ਮੈਂ ਕਿਤੇ ਇੱਕ ਦਿਨ ਪੜ੍ਹ ਰਿਹਾ ਸੀ, ਜਦੋਂ ਮਮਤਾ ਬੈਨਰਜੀ ਐਨਡੀਏ ਦੀ ਪਾਰਟ ਹੁੰਦੀ ਸੀ, ਅਟਲ ਬਿਹਾਰੀ ਵਾਜਪਾਈ ਜਿਹੜੇ ਆ ਉਹ ਭਾਰਤ ਦੇ ਪ੍ਰਧਾਨ ਮੰਤਰੀ ਹੁੰਦੇ ਸੀ, ਤੇ ਬੀਬੀ ਮਮਤਾ ਬੈਨਰਜੀ ਦਾ ਜਿਸ ਕਿਸਮ ਦਾ ਸੁਭਾਅ ਆ, ਉਹ ਥੋੜਾ ਬਾਗੀ ਰੌਂਚ ਰਹਿੰਦੇ ਆ, ਤੇ ਐਨਡੀਏ ਦੇ ਵਿੱਚ ਉਹਨਾਂ ਨੇ ਕਦੀ ਵੀ ਅਟਲ ਬਿਹਾਰੀ ਵਾਜਪਾਈ ਨੂੰ ਸਾਹ ਨਹੀਂ ਲੈਣ ਦਿੱਤਾ। ਐਨਡੀਏ ਦਾ ਪਾਰਟ ਹੁੰਦਿਆਂ ਹੋਇਆ ਵੀ ਕਈ ਵਾਰ ਉਹ ਰੁੱਸ ਕੇ ਬਹਿ ਜਾਂਦੇ ਰਹੇ। ਤੇ ਮੈਂ ਪੜ੍ਹ ਰਿਹਾ ਸੀ ਵੀ ਇੱਕ ਵਾਰੀ ਰੁੱਸ ਕੇ ਐਨਡੀਏ ਤੋਂ ਬਾਹਰ ਹੋਣ ਦੀ ਧਮਕੀ ਦੇ ਕੇ ਉਹ ਆਰਾਮ ਨਾਲ ਆਪਣੇ ਘਰ ਚਲੇ ਗਏ ਮਮਤਾ ਬੈਨਰਜੀ। ਤੇ ਅਟਲ ਬਿਹਾਰੀ ਵਾਜਪਾਈ ਅਚਾਨਕ ਹੀ ਉਸ ਛੋਟੀ ਜਿਹੀ ਗਲੀ ਦੇ ਵਿੱਚ ਦਿਖਾਈ ਦਿੱਤੇ, ਜਿਸ ਛੋਟੀ ਜਿਹੀ ਗਲੀ ਦੇ ਵਿੱਚ ਮਮਤਾ ਬੈਨਰਜੀ ਦਾ ਘਰ ਹੈ, ਤੇ ਫਿਰ ਉਹਨਾਂ ਦੇ ਉਹ ਘਰ ਗਏ। ਮਮਤਾ ਬੈਨਰਜੀ ਘਰ ਨਹੀਂ ਸੀ, ਘਰ 'ਚ ਉਹਨਾਂ ਦੇ ਪਰਿਵਾਰ ਦੇ ਲੋਕ ਸੀ। ਉਹ ਪਰਿਵਾਰ ਦੇ ਲੋਕਾਂ ਨੂੰ ਮਿਲ ਕੇ ਆ ਗਏ। ਤੁਸੀਂ ਅੰਦਾਜ਼ਾ ਕਰੋ ਕਿ ਮਮਤਾ ਬੈਨਰਜੀ ਜਦੋਂ ਵਾਪਸ ਆਏ ਹੋਣਗੇ ਘਰ, ਜਦੋਂ ਉਹਨਾਂ ਨੂੰ ਪਤਾ ਲੱਗਾ ਹੋਏਗਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਇਸ ਛੋਟੀ ਜਿਹੀ ਗਲੀ 'ਚ ਮੇਰੇ ਛੋਟੇ ਜਿਹੇ ਘਰ 'ਚ ਆਏ ਆ, ਤੇ ਉਹਨਾਂ ਦਾ ਐਟੀਟਿਊਡ ਕਿੰਨਾ ਬਦਲ ਗਿਆ ਹੋਏਗਾ ਅਟਲ ਬਿਹਾਰੀ ਵਾਜਪਾਈ ਦੇ ਪ੍ਰਤੀ। ਮੈਂ ਕੋਈ ਅਟਲ ਬਿਹਾਰੀ ਵਾਜਪਾਈ ਦੀ ਰਾਜਨੀਤੀ ਨਾਲ ਸਹਿਮਤ ਨਹੀਂ ਹੈ, ਪਰ ਇੱਕ ਸਿਆਣਾ ਜਿਹੜਾ ਇੱਕ ਕਹਿ ਲਓ ਵੀ ਸਰਕਾਰ ਦਾ ਵਿਅਕਤੀ ਜਾਂ ਮੁਖੀ ਜਿਹੜਾ ਹੁੰਦਾ, ਉਹਨੂੰ ਇਹ ਪਤਾ ਹੁੰਦਾ ਵੀ ਕਿ ਇਸ ਵਿਅਕਤੀ ਨਾਲ ਕਿੱਦਾਂ ਤੁਸੀਂ ਪੇਸ਼ ਹੋਣਾ, ਭਾਵੇਂ ਉਹ ਆਪਣੀ ਗੱਲ ਮਨਵਾ ਲੈਣ। ਇਹ ਇੱਕ ਤਰੀਕਾ ਵੀ ਹੁੰਦਾ ਤੇ ਚਲਾਕੀ ਵੀ ਇੱਕ ਹੁੰਦੀ ਹੈ। ਭਾਵੇਂ ਗੱਲ ਆਪਣੀ ਮਨਵਾਉਣੀ ਹੁੰਦੀ ਆ, ਪਰ ਤੁਸੀਂ ਸਾਰਥਕ ਤਰੀਕੇ ਨਾਲ ਤੇ ਇੱਕ ਕਹਿ ਲਓ ਵੀ ਦੋਸਤੀ ਦੇ ਇੱਕ ਸੁਭਾਅ ਦੇ ਨਾਲ ਜਾਂ ਇੱਕ ਪਿਆਰ ਦੇ ਨਾਲ, ਮੁਹੱਬਤ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਿਲ ਚੀਜ਼ਾਂ ਨੂੰ ਵੀ ਹੱਲ ਕਰ ਸਕਦੇ ਹੋ, ਜਿਹਦੀ ਕਮੀ ਜਿਹੜੀ ਆ ਇਸ ਜੋੜੀ ਦੇ ਵਿੱਚ ਬਹੁਤ ਵੱਡੇ ਪੱਧਰ ਤੇ। ਇਸੇ ਕਰਕੇ ਉਹ ਮੁਸੀਬਤ 'ਚ ਨੇ ਹੁਣ ਲੋਕ ਜਿਹੜੇ ਆ ਉਹਨਾਂ ਲਈ ਮੁਸੀਬਤ ਬਣੇ ਹੋਏ ਨੇ। ਦਸਾਂਝ ਸਾਹਿਬ, ਨੀਰਵ ਮੋਦੀ ਤੇ ਮੇਲ ਚੌਕਸੀ ਦੀ ਖਬਰ ਜਿਹੜੀ ਕਾਫੀ ਦਿਨਾਂ ਤੋਂ ਚੱਲ ਰਹੀ ਸੀਗੀ, ਔਰ ਉਹਨਾਂ ਦੀ ਹਵਾਲਗੀ ਵਾਲੀ ਰਿਪੋਰਟ ਵਗੈਰਾ ਚੱਲੀ, ਚੁੱਪ ਹੋ ਗਈ, ਫਿਰ ਪਤਾ ਨਹੀਂ ਉਹਦਾ ਕੀ ਬਣਦਾ ਆ। ਪਰ ਇੱਕ ਉਹਨਾਂ ਦੀ ਖਬਰ ਆ ਰਹੀ ਆ ਕਿ ਜਿਹੜੇ ਬੇਈਮਾਨ ਲੋਕ ਹੁੰਦੇ ਆ, ਹਰ ਥਾਂ ਹੀ ਬੇਈਮਾਨ ਹੁੰਦੇ ਆ। ਇੱਕ ਪਾਸੇ ਉਹਨਾਂ 13,500 ਕਰੋੜ ਰੁਪਏ ਦੀ ਠੱਗੀ ਮਾਰੀ ਪੰਜਾਬ ਨੈਸ਼ਨਲ ਬੈਂਕ ਨਾਲ, ਕਹਿੰਦੇ ਇਹ ਤੋਂ ਵੀ ਵੱਧ ਠੱਗੀਆਂ ਹੋ ਸਕਦੀਆਂ ਨੇ ਜੇ ਉਹਨਾਂ ਦਾ ਪੂਰੇ ਪੋਤੜੇ ਫੁੱਲੇ ਜਾਣਗੇ। ਤੇ ਦੂਜੇ ਪਾਸੇ ਉਹ ਹੀਰਿਆਂ ਦੇ ਵਪਾਰੀ ਉਹ ਹੈਨ ਨੇ, ਤੇ ਉਹਨਾਂ ਦੀ ਕੋਈ ਗਰਲਫ੍ਰੈਂਡ ਨੇ ਇਲਜ਼ਾਮ ਲਾਇਆ ਕਿ ਉਹਨਾਂ ਨੇ ਕੋਈ ਉਹਨਾਂ ਨੂੰ ਅੰਗੂਠੀ ਵਗੈਰਾ ਤੇ ਕੋਈ ਚੀਜ਼ ਦਿੱਤੀ ਸੀ ਗਿਫਟ, ਉਹ ਵੀ ਨਕਲੀ, ਉਹ ਵੀ ਅਸਲੀ ਹੀਰੇ ਨਹੀਂ ਦਿੱਤੇ ਉਹਨਾਂ। ਦੇਖੋ ਅਸੀਂ ਕਿਸੇ ਵੀ ਜਿਹੜੀ ਮਤਲਬ ਸਪੈਸ਼ਲੀ ਕੋਈ ਕਹਿ ਲਓ ਵੀ ਜਾਤ ਜਾਂ ਕੋਈ ਫਿਰਕਾ ਜਿਹੜਾ ਉਹਦੀ ਤੇ ਟਿੱਪਣੀ ਨਹੀਂ ਕਰਦੇ। ਜੇ ਅਸੀਂ ਜੱਟ ਕਹਿੰਦੇ ਆ ਕਿਸੇ ਨੂੰ, ਤਾਂ ਇਹਦਾ ਮਤਲਬ ਅਸੀਂ ਉਹਨੂੰ ਜੱਟ ਇਸ ਰੂਪ 'ਚ ਨਹੀਂ ਲੈਂਦੇ ਜਿੱਦਾਂ ਬਾਕੀ ਲੋਕ ਲੈਂਦੇ, ਔਰ ਅਸੀਂ ਉਹਨੂੰ ਕਿਸਾਨ ਦੇ ਰੂਪ 'ਤੇ ਲੈਂਦੇ ਆ। ਜੇ ਅਸੀਂ ਸੁਨਿਆਰੇ ਦੀ ਗੱਲ ਕਰਦੇ ਹਾਂ, ਤੇ ਫਿਰ ਇਹ ਨਹੀਂ ਕਿ ਉਹਦੀ ਜਾਤ ਦੀ ਗੱਲ ਕਰ ਰਹੇ ਨੇ। ਸੁਨਿਆਰੇ ਨੂੰ ਇੱਕ ਦੁਕਾਨਦਾਰ ਦੇ ਤੌਰ 'ਤੇ ਜਦੋਂ ਆਪਾਂ ਦੇਖਦੇ ਤਾਂ ਸਾਡੇ ਕਹਾਵਤ ਆ ਵੀ ਸੁਨਿਆਰਾ ਤਾਂ ਆਪਣੀ ਮਾਂ ਦੀਆਂ ਬਾਲੀਆਂ ਦੇ ਵਿੱਚੋਂ ਵੀ ਜਿਹੜਾ ਉਹ 'ਚ ਖੋਟ ਰੱਖ ਜਾਂਦਾ ਹੁੰਦਾ ਨਾ। ਤੇ ਇਹ ਨੀਰਵ ਮੋਦੀ ਵਰਗੇ ਲੋਕ, ਇਹ ਸਾਰੇ ਲੋਕ ਇਸੇ ਕਿਸਮ ਦੇ ਆ। ਫਿਰ ਗਰਲਫ੍ਰੈਂਡ ਨੂੰ ਵੀ ਜ਼ਰੂਰ ਨਕਲੀ ਦਿੱਤਾ ਹੋਏਗਾ ਹੀਰਾ ਡਾਇਮੰਡ ਦੀ ਜਿਹੜੀ ਮੁੰਦਰੀ ਆ, ਤੇ ਇਹਦੇ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਲੋਕ ਕਿਸ ਕਿਸਮ ਦੇ ਆ, ਤੇ ਇਹ ਠੱਗੀ ਠੁੱਗੀ ਜਿਹੜੀ ਕਿਸ ਢੰਗ ਨਾਲ ਇਹਨਾਂ ਨੇ ਮਾਰੀ ਹੈ। ਤੇ ਉਹ ਠੱਗੀ ਦੇ ਪਿੱਛੇ ਵੀ ਜਿਹੜੇ ਸਰਕਾਰ 'ਚ ਬੈਠੇ ਲੋਕ ਨੇ, ਉਹਦਾ ਇੱਕ ਹਿੱਸਾ ਜਿਹੜਾ ਉਹਨਾਂ ਦੀ ਮਦਦ ਕਰਦਾ ਰਿਹਾ, ਉਹਨਾਂ ਨੂੰ ਸੇਫ ਲਾਂਘੇ ਦਿੰਦਾ ਰਿਹਾ। ਤੇ ਹੁਣ ਵੀ ਜੇ ਉਹਨਾਂ ਦਾ ਡਰਾਮਾ ਵੀ ਰਚਿਆ ਜਾਏਗਾ, ਉਹਨਾਂ ਦੀ ਵਾਪਸੀ ਦਾ ਜਿਹੜੀ ਕੋਸ਼ਿਸ਼ ਵੀ ਕੀਤੀ ਗਈ ਸੀ ਵੀ ਵਾਪਸ ਲਿਆਉਣਾ, ਤੇ ਉਹਨੂੰ ਵੀ ਇਦਾਂ ਹੀ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਦੇਖੋ ਜੀ ਅਸੀਂ ਇਹਨਾਂ ਨੂੰ ਵਾਪਸ ਲੈ ਆਏ ਹਾਂ, ਜਦ ਕਿ ਭਜਾਏ ਵੀ ਆ ਪਈ ਹੈ। ਸੋ ਦੇਖਦੇ ਹਾਂ ਕੀ ਬਣਦਾ। ਇਹ ਇਕੱਲੀ ਪੰਜਾਬ ਨੈਸ਼ਨਲ ਬੈਂਕ ਨਾਲ ਠੱਗੀ ਨਹੀਂ ਹੈਗੀ, ਕਿਸੇ ਵੀ ਬੈਂਕ ਨਾਲ ਠੱਗੀ, ਉਹ ਭਾਰਤ ਦੇ ਆਮ ਬੰਦੇ ਦੇ ਨਾਲ ਇਹ ਠੱਗੀ ਹੈ, ਤੇ ਇਹ ਠੱਗੀ ਕਰਨ ਦੇ ਵਿੱਚ ਸਰਕਾਰਾਂ 'ਚ ਬੈਠੇ ਲੋਕ ਵੀ ਸ਼ਾਮਲ ਨੇ।
ਦਸਾਂਝ ਸਾਹਿਬ, ਇੱਕ ਖਬਰ ਫੇਰ ਅਮਰੀਕਾ ਦੇ ਹਵਾਲੇ ਨਾਲ ਆ ਰਹੀ ਹੈ ਕਿ ਉੱਥੋਂ ਦੀ ਸਰਕਾਰੀ ਲੈਬ ਨੇ ਇੱਕ ਵਾਰ ਫੇਰ ਕਿਹਾ ਹੈ ਕਿ ਜਿਹੜਾ ਕਰੋਨਾ ਫੈਲਿਆ ਆ ਉਹ ਚਾਈਨਾ ਦੀ ਵੁਹਾਨ ਲੈਬ ਜਿਹੜੀ ਦੱਸੀ ਜਾਂਦੀ ਹੈ ਉਹਦੇ ਤੋਂ ਹੀ ਲੀਕ ਹੋਇਆ ਸੀਗਾ। ਬਾਰ-ਬਾਰ ਜਿਹੜਾ ਵਾ US ਆ ਉਹ ਇਲਜ਼ਾਮ ਚਾਈਨਾ ਵੱਲ ਧਰ ਰਿਹਾ, ਚਾਈਨਾ ਤੋਂ ਇਨਕਾਰ ਕਰ ਦਿੰਦਾ ਆ। ਉਹ ਫਿਰ ਕਿਸੇ ਤਰ੍ਹਾਂ ਦੀ ਟੀਮ ਬਣਾ ਕੇ ਕੋਈ ਨਾ ਕੋਈ ਖਬਰ ਜਿਹੜੀ ਹੈ ਫਿਰ ਚਰਚਾ 'ਚ ਲੈ ਆਉਂਦੇ ਆ। ਤੇ ਇਹ ਮਤਲਬ ਇਸ ਵੇਲੇ ਇਹਦੀ ਸਾਰਥਕਤਾ ਹੈ ਕਿ ਉਹ ਕਿੱਥੋਂ ਫੈਲਿਆ ਜਾਂ ਕੀ ਹੋਇਆ ਕਿ ਉਹਨੂੰ ਕੰਟਰੋਲ ਕਰਨ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ? ਦੇਖੋ, ਕੰਟਰੋਲ ਕਰਨ ਵੱਲ ਹੀ ਜ਼ਿਆਦਾ ਧਿਆਨ ਦੇਣਾ ਚਾਹੀਦਾ, ਪਰ ਇਹ ਇੰਟਰਨੈਸ਼ਨਲ ਪੋਲਿਟਿਕਸ ਹੈਗੀ ਹੈ। ਕਦੇ ਅਮਰੀਕਾ ਨੇ ਬਿਲ ਗੇਟਸ ਤੇ ਕੁਐਸਚਨ ਕਿਉਂ ਨਹੀਂ ਕੀਤਾ, ਜਿਹਨੇ 2018 ਚ ਹੀ ਕਹਿ ਦਿੱਤਾ ਸੀ ਕਿ ਜਿਹੜੀ ਅਗਲੀਆਂ ਬਹੁਤੀਆਂ ਜੰਗਾਂ ਹੋਣਗੀਆਂ ਉਹ ਵਾਇਰਸ ਨਾਲ ਲੜੀਆਂ ਜਾਣਗੀਆਂ। ਬਹੁਤ ਸਾਰੀਆਂ ਖਬਰਾਂ ਇਦਾਂ ਦੀਆਂ ਆ ਰਹੀਆਂ ਕਿ 2015 ਦੇ ਵਿੱਚ ਜਿਹੜਾ ਆ ਬਕਾਇਦਾ ਇਹਦੇ ਤੇ ਟੈਸਟਿੰਗ ਸ਼ੁਰੂ ਹੋ ਗਈ ਸੀ, ਤੇ ਬਕਾਇਦਾ ਦਾ ਨਾਂ ਵੀ ਤੈਅ ਹੋ ਗਿਆ ਸੀ ਵੀ ਕਰੋਨਾ ਨਾਂ ਦੀ ਇੱਕ ਜਿਹੜੀ ਉਹ ਕਹਿ ਲਓ ਵੀ ਵਾਇਰਸ ਜਿਹੜੀ ਆ ਉਹ 2019 ਦੇ ਨੇੜੇ ਸੀ, ਉਹਦਾ ਨਾਂ ਉਦੋਂ ਲਿਖ ਦਿੱਤਾ ਗਿਆ ਸੀ ਕੋਵਿਡ 19। ਸੋ ਮੈਨੂੰ ਲੱਗਦਾ ਕਿ ਇਹ ਸਾਰਾ ਕੁਝ ਲੋਕਾਂ ਨੂੰ ਕਹਿ ਲਓ ਵੀ ਹੋਰ ਇੱਕ ਪਾਸੇ ਲਾਉਣ ਦੀ ਇੱਕ ਐਕਸਰਸਾਈਜ਼ ਹੈ। ਲੋੜ ਇਸ ਗੱਲ ਦੀ ਹੈ ਕਿ ਦੁਨੀਆ ਦੇ ਵਿੱਚ ਜੇ ਤੁਸੀਂ ਮਹਾਮਾਰੀ ਦੇ ਤੌਰ ਤੇ ਪ੍ਰਚਾਰਿਤ ਕਰ ਰਹੇ ਆ ਤਾਂ ਫਿਰ ਉਹਦਾ ਮੁਕਾਬਲਾ ਕਰਨ ਵਾਸਤੇ ਸਾਰਿਆਂ ਨੂੰ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਹੈ। ਪਰ ਪਿੱਛੇ ਇੱਕ ਗੇਮ ਹੈ, ਟ੍ਰੇਡ ਵਾਰ ਹੈ, ਤੇ ਉਹਦੇ ਕਰਕੇ ਕਦੀ ਚਾਈਨਾ ਬਾਰ-ਬਾਰ ਜਿਹੜਾ ਫਰੰਟ ਤੇ ਆ ਜਾਂਦਾ। ਹੁਣ ਸਾਡੇ ਨਾ ਜੀ ਇੱਕ ਪਤਾ ਨਹੀਂ, ਹੁਣ ਦੇਖਾਂਗੇ ਥਰਡ ਉਹਦੀ ਜਿਹੜੀ ਸੀਰੀਜ਼ ਆਉਣੀ ਹੈ ਇੱਕ ਸਾਡੇ ਫੈਮਿਲੀ ਮੈਨ ਪ੍ਰਾਈਮ ਵੀਡੀਓ ਦੇ ਉੱਤੇ ਜਿਹੜਾ ਆ ਇੱਕ ਕਹਿ ਲਓ ਵੀ ਸੀਰੀਜ਼ ਸ਼ੁਰੂ ਹੋਈ ਹੈ ਜਿਹਦੇ 2 ਪਾਰਟ ਆ ਚੁੱਕੇ ਆ, ਤੇ ਉਹਦੇ 'ਚ ਟੈਰਰਿਜ਼ਮ ਜਿਹੜਾ ਆ ਉਹ ਦਿਖਾਇਆ ਗਿਆ ਵੀ ਕਿਵੇਂ ISI ਜਿਹੜੀ ਭਾਰਤ ਦੇ ਵਿੱਚ ਦਖਲ ਦਿੰਦੀ ਹੈ। ਫਿਰ ਜਿਹੜਾ ਸੈਕੰਡ ਉਹਨਾਂ ਦਾ ਪਾਰਟ ਸੀ ਉਹਦੇ ਵਿੱਚ ਲਿਟੇ ਨਾਲ ਰਿਲੇਟਡ ਬਹੁਤ ਸਾਰੀਆਂ ਐਕਟੀਵਿਟੀਜ਼ ਦਿਖਾਈਆਂ ਗਈਆਂ ਤੇ ਇੰਟੈਲੀਜੈਂਸ ਕਿਵੇਂ ਉਹਨਾਂ ਨੂੰ ਫੇਸ ਕਰਦੀ ਹੈ। ਤੇ ਉਹਦਾ ਜਿਹੜਾ ਹੁਣ ਤੀਜਾ ਪਾਰਟ ਆਉਣਾ ਹੈ ਜਿਹਦਾ ਹਲਕੀ ਜਿਹੀ ਝਲਕੀ ਦਿਖਾਈ ਦਿੱਤੀ ਹੈ, ਮੈਂ ਕੱਲ ਦੇਖ ਰਿਹਾ ਸੀ ਆਖਰੀ ਉਹਦੀ ਕਿਸ਼ਤ ਸੈਕੰਡ ਪਾਰਟ ਦੀ, ਤੇ ਉਹ ਤੀਜਾ ਪਾਰਟ ਜਿਹੜਾ ਆਉਣਾ ਉਹਦੇ ਇਹ ਵਾਇਰਸ ਜਿਹੜਾ ਹੈ ਨਾ, ਵਾਇਰਸ ਨੂੰ ਕਿਤੇ ਨਾ ਕਿਤੇ ਸਾਹਮਣੇ ਲਿਆਂਦਾ ਗਿਆ ਤੇ ਉਹ 'ਚ ਚੀਨ ਦਾ ਕਨੈਕਸ਼ਨ ਜੋੜਿਆ ਜਾ ਰਿਹਾ ਹੈ। ਉੱਥੇ ਉਹਦੇ ਜਿਹੜੀ ਬਹੁਤੀ ਸ਼ੂਟਿੰਗਸ ਜਿਹੜੀ ਆ ਕਲਕੱਤਾ ਤੇ ਨਾਗਾਲੈਂਡ ਤੇ ਮਿਜ਼ੋਰਮ 'ਚ ਹੋਣੀ ਹੈ। ਨਾਗਾਲੈਂਡ, ਮਿਜ਼ੋਰਮ ਤੇ ਬੰਗਾਲ ਨੂੰ ਜੋੜ ਕੇ, ਕਲਕੱਤੇ ਨੂੰ ਜੋੜ ਕੇ ਚੀਨ ਦੇ ਨਾਲ ਕਿਵੇਂ ਜੋੜਨਾ, ਕਿਵੇਂ ਨਹੀਂ, ਪਤਾ ਨਹੀਂ ਉਹ ਕਿੱਦਾਂ ਦਿਖਾਇਆ ਜਾਊਗਾ। ਮਤਲਬ ਕਲਾ ਤੇ ਥੀਏਟਰ ਜਾਂ ਫਿਲਮ ਰਾਹੀਂ ਵੀ ਇਹ ਮਾਮਲਾ ਜਿਹੜਾ ਵਾਇਰਸ ਵਾਲਾ ਜਿਹੜਾ ਹੁਣ ਆਪਣੇ ਤਰੀਕੇ ਨਾਲ ਡਿਸਕਸ ਕੀਤਾ ਜਾਏਗਾ। ਕੌਣ ਕਿਹਨੂੰ ਕਟਹਿਰੇ 'ਚ ਖੜਾ ਕਰਦਾ, ਇਹ ਤਾਂ ਰਾਜਨੀਤੀ ਹੈ, ਜਿਹੜੀ ਇੰਟਰਨੈਸ਼ਨਲ ਪੋਲਿਟਿਕਸ ਹੈ ਉਹ ਆਪਣੀ ਥਾਂ ਦੇ ਉੱਤੇ ਹੈ, ਤੇ ਬਾਕੀ ਸਾਰੀਆਂ ਚੀਜ਼ਾਂ ਵੀ ਇੱਦਾਂ ਚੱਲ ਰਹੀਆਂ। ਦਸਾਂਝ ਸਾਹਿਬ, ਲੰਘੇ ਵੀਕਐਂਡ ਦੇ ਉੱਤੇ ਸਾਡੇ ਇੱਥੇ ਲੰਡਨ ਜਿਹੜਾ ਅੰਟਾਰੀਓ ਦੇ ਵਿੱਚ ਇੱਕ ਬੜੀ ਮਾੜੀ ਘਟਨਾ ਹੋਈ ਸੀਗੀ ਕਿ ਇੱਕ ਮੁਸਲਿਮ ਫੈਮਿਲੀ ਪਾਕਿਸਤਾਨ ਦੀ ਪੂਰੀ ਜਾ ਰਹੀ ਸੀ ਸੈਰ ਕਰਨ। ਉਹਦੇ ਉੱਤੇ ਇੱਕ ਫਿਰਕਾ ਪ੍ਰਸਤ ਜਿਹੜੇ ਜਨੂਨੀ ਰੇਸਿਸਟ ਨੇ ਉਹਨੇ ਗੱਡੀ ਚੜ੍ਹਾ ਦਿੱਤੀ। ਉਹਨਾਂ ਦਾ ਸਿਰਫ ਇੱਕ 9 ਸਾਲ ਦਾ ਬੱਚਾ ਬਚਿਆ ਜੀ, ਉਹ ਪੂਰਾ ਪਰਿਵਾਰ ਜਿਹੜਾ ਉਹ ਖਤਮ ਹੋ ਗਿਆ। ਉਹਦੀ ਭਾਰੀ ਨਿੰਦਿਆ ਕੀਤੀ ਜਾ ਰਹੀ ਹੈ, ਸਾਰੇ ਪਾਸੇ ਲੋਕੀ ਉਹਦਾ ਗਮ ਅਫਸੋਸ ਮਨਾ ਰਹੇ ਆ ਕਿ ਕੈਨੇਡਾ ਵਰਗੇ ਮੁਲਕ ਦੇ ਵਿੱਚ ਇਸ ਤਰ੍ਹਾਂ ਦੀ ਨਫ਼ਰਤ ਨੂੰ ਕੋਈ ਥਾਂ ਨਹੀਂ ਆ। ਤੇ ਦੂਜੇ ਪਾਸੇ ਅੱਜ ਖਬਰ ਆ ਰਹੀ ਹੈ ਕਈ ਵਾਰ ਇਹੋ ਜਿਹੇ ਐਕਸ਼ਨ ਇੱਕਾ ਦੁੱਕਾ ਵਿਅਕਤੀ ਕਰ ਦਿੰਦੇ ਨੇ ਜਿਹਦੇ ਕਰਕੇ ਸਾਰੀ ਕਮਿਊਨਿਟੀ ਨੂੰ ਦੁਨੀਆ ਭਰ ਵਿੱਚ ਉਹਦਾ ਜਿਹੜਾ ਦੇਣਾ ਪੈਂਦਾ, ਭੁਗਤਣਾ ਪੈਂਦਾ ਆ। ਫਰਾਂਸ ਦੇ ਪ੍ਰੈਜ਼ੀਡੈਂਟ ਨੂੰ ਇੱਕ ਮੁਸਲਿਮ ਵਿਅਕਤੀ ਨੇ ਥੱਪੜ ਮਾਰ ਦਿੱਤਾ ਕਿ ਉਹਨੇ ਬੁਰਕਾ ਪਾਉਣ ਤੋਂ ਵਾਲਾ ਨਿਯਮ ਲਾਗੂ ਕੀਤਾ ਸੀਗਾ ਸਕੂਲਾਂ ਵਿੱਚ। ਤੇ ਇਸ ਤਰ੍ਹਾਂ ਦੇ ਇੱਕਾ ਦੁੱਕਾ ਵਿਅਕਤੀ ਜਦੋਂ ਇਹੋ ਜਿਹੀ ਘਟਨਾ ਕਰਦੇ ਆ ਤੇ ਫਿਰ ਪੂਰੀ ਕਮਿਊਨਿਟੀ ਬਦਨਾਮ ਹੁੰਦੀ ਆ ਤੇ ਉਹਦੇ ਸਿੱਟੇ ਜਿਹੜੇ ਆ ਉਹ ਮਾੜੇ ਨਿਕਲਦੇ ਆ। ਅੱਜ ਫਰਾਂਸ ਵਾਲੀ ਘਟਨਾ ਨੂੰ ਮੈਂ ਜੋੜ ਕੇ ਵੇਖਦਾ ਜਦੋਂ ਵੀ ਇਹ ਮੁਸਲਿਮ ਪਰਿਵਾਰ ਨਾਲ ਹੋਈ ਘਟਨਾ ਦੇ ਨਾਲ, ਤੇ ਕਰ ਕੋਈ ਦਿੰਦਾ ਤੇ ਭਰਨੀ ਕਿਸੇ ਹੋਰ ਨੂੰ ਪੈਂਦੀ ਆ ਜੀ। ਇਹਦੇ ਅਸਰ ਜਾਂਦੇ ਨੇ ਜਦੋਂ ਅਸੀਂ ਪੰਜਾਬ ਦੀ ਵੀ ਗੱਲ ਕਰਦੇ ਰਹੇ ਹਾਂ ਵੀ ਜਦੋਂ ਪੰਜਾਬ ਦੇ ਵਿੱਚ ਜਿਹੜਾ ਦੌਰ ਆਪਾਂ ਜ਼ਿਕਰ ਕੀਤਾ ਸ਼ੁਰੂ 'ਚ ਹੀ, ਤੇ ਉਸ ਦੌਰ ਨੂੰ ਆਪਾਂ ਦੇਖਿਆ, ਹੰਢਾਇਆ, ਜਦੋਂ ਪੰਜਾਬ 'ਚ ਕੋਈ ਇਸ ਤਰ੍ਹਾਂ ਦਾ ਕੁਝ ਵੀ ਹੁੰਦਾ ਸੀ ਤੇ ਜਿਹੜਾ ਸਾਡਾ ਭਾਈਚਾਰਾ, ਕਮਿਊਨਿਟੀ ਸਾਡੀ ਜਿਹੜੀ ਆ ਪੰਜਾਬੀ ਕਮਿਊਨਿਟੀ ਤੇ ਸਪੈਸ਼ਲੀ ਸਿੱਖ ਭਾਈਚਾਰਾ ਜਿਹੜਾ ਦੇਸ਼ ਤੋਂ ਬਾਹਰ ਜਾਂ ਈਵਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ, ਵੱਖ-ਵੱਖ ਸੂਬਿਆਂ 'ਚ ਰਹਿੰਦਾ ਸੀ, ਉਹਦੇ ਮਨ ਦੇ ਵਿੱਚ ਖੌਫ ਦੀ ਲਹਿਰ ਦੌੜ ਜਾਂਦੀ ਸੀ ਵੀ ਸਾਡੇ ਲਾਗੇ ਗੁਰਾਇਆ ਆ ਤੇ ਲਾਗੇ ਸਾਡੇ ਇੱਕ ਪਿੰਡ ਆ ਬੋਪਾਰਾ ਆ, ਸਾਡੇ ਇੱਕ ਉਹ ਬੁਝਾਰਤ ਹੀ ਪਾਉਂਦੇ ਹੁੰਦੇ ਆ ਵੀ ਦੱਸੋ ਕੀ ਆ ਇਹ, ਅੱਗ ਲੱਗੀ ਗੁਰਾਇਆ ਤੇ ਧੂੰਆਂ ਨਿਕਲਿਆ ਬੋਪਾਰਾ ਆ। ਅੱਗ ਲੱਗਦੀ ਸੀ ਭਾਵੇਂ ਬੁਝਾਰਤ ਹੈ ਤੇ ਇਹਦਾ ਜਵਾਬ ਤਾਂ ਹੁੱਕਾ ਆ,
ਤੇ ਪਰ ਜਿਹੜੀ ਬੁਝਾਰਤ ਹੈ ਇੱਥੇ ਵੀ ਅਪਲਾਈ ਹੁੰਦੀ ਹੈ ਵੀ ਜੇ ਅੱਗ ਪੰਜਾਬ 'ਚ ਲੱਗਦੀ ਸੀ ਤੇ ਉਹਦਾ ਧੂੰਆਂ ਜਿਹੜਾ ਦਿੱਲੀ 'ਚ ਨਿਕਲਦਾ ਸੀ ਤੇ ਜਾਂ ਕਾਨਪੁਰ 'ਚ ਨਿਕਲਦਾ ਸੀ। 84 'ਚ ਵੀ ਆਪਾਂ ਦੇਖ ਲਿਆ, ਇੰਦਰਾ ਗਾਂਧੀ ਦੇ ਮਰਡਰ ਤੋਂ ਬਾਅਦ ਵੀ ਆਪਾਂ ਦੇਖ ਲਿਆ। ਇੱਥੇ ਦੁਨੀਆ ਭਰ ਦੇ ਵਿੱਚ ਜਦੋਂ ਇਸਲਾਮਕ ਅੱਤਵਾਦ ਦੇ ਨਾਂ ਦੇ ਉੱਤੇ ਜਿਹੜੀ ਹੈ ਇੱਕ ਪੂਰੀ ਦੀ ਪੂਰੀ ਪੋਲਿਟਿਕਸ ਕੀਤੀ ਜਾਂਦੀ ਹੈ ਤੇ ਫਿਰ ਉਹ ਸਾਰੀ ਮੁਸਲਿਮ ਕਮਿਊਨਿਟੀ ਨੂੰ ਉਹਦੇ ਵਿੱਚ ਜਿਹੜਾ ਬੰਨ੍ਹ ਦਿੱਤਾ ਜਾਂਦਾ। ਇੱਦਾਂ ਸਿੱਖ ਭਾਈਚਾਰੇ ਨੂੰ ਬੰਨ੍ਹਿਆ ਗਿਆ ਵੀ ਜੇ ਕੋਈ ਟੈਰਰ ਦੇ ਜਿਹੜੇ ਕੁਝ ਇੰਸੀਡੈਂਟ ਹੈ ਹੁੰਦੇ ਆ, ਦਹਿਸ਼ਤਗਰਦੀ ਹੈ, ਤੇ ਫਿਰ ਇਹ ਪੇਸ਼ ਕਰ ਦਿੱਤਾ ਗਿਆ ਸਾਰੀ ਸਿੱਖ ਕਮਿਊਨਿਟੀ ਜਿਹੜੀ ਜਿਵੇਂ ਸ਼ਾਇਦ ਦਹਿਸ਼ਤਗਰਦ ਹੁੰਦੀ ਹੈ, ਟੈਰਰਿਸਟ ਹੁੰਦੀ ਹੈ, ਤੇ ਉਹਦਾ ਕਿੰਨਾ ਨੁਕਸਾਨ ਆਪਾਂ ਬਰਦਾਸ਼ਤ ਕੀਤਾ। ਇੱਦਾਂ ਹੀ ਜਦੋਂ ਦੁਨੀਆ ਭਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕਿਤੇ ਨਾ ਕਿਤੇ ਘਟਨਾ ਵਾਪਰਦੀ ਹੈ ਜਿਹਦੇ 'ਚ ਇਨਵੋਲਵ ਹੁੰਦੇ ਨੇ ਕੋਈ ਜਿਹਾਦੀ ਕਿਸਮ ਦੇ ਲੋਕ ਜਿਹੜੇ ਆ, ਤੇ ਫਿਰ ਉਹ ਮੁਸਲਿਮ ਚਿਹਰਾ ਸਾਹਮਣੇ ਆਉਂਦਾ ਆ ਤੇ ਫਿਰ ਸਾਰੀ ਦੁਨੀਆ ਦਾ ਸਧਾਰਨ ਜਿਹੜਾ ਮੁਸਲਮਾਨ ਵੀ ਹੈ ਉਹਦੇ ਮਨ 'ਚ ਕਿਤੇ ਨਾ ਕਿਤੇ ਇੱਕ ਖੌਫ ਦੌੜ ਜਾਂਦਾ ਵੀ ਮੇਰਾ ਕੀ ਬਣੇਗਾ, ਮੇਰੇ ਬੱਚਿਆਂ ਦਾ ਕੀ ਬਣੇਗਾ। ਤੇ ਉਹੀ ਇਦਾਂ ਦਾ ਐਕਟ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦਾ ਜਦੋਂ ਲੰਡਨ ਦੀ ਘਟਨਾ ਦਾ ਤੁਸੀਂ ਜ਼ਿਕਰ ਕੀਤਾ। ਇੱਕ 9 ਸਾਲ ਦਾ ਬੱਚਾ, ਉਹਨਾਂ ਦਾ ਬੱਚਾ, ਉਹ ਵੀ ਸੀਰੀਅਸ ਹੈ। 20 ਸਾਲ ਦਾ ਉਹ ਨੌਜਵਾਨ ਸੀ ਜਿਹਨੇ ਉਹ ਗੱਡੀ ਚੜਾਈ ਹੈ, ਨਾਥਨ ਸੀ ਸ਼ਾਇਦ ਉਹਦਾ ਨਾਂ, ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਤੇ ਜੋ ਖਬਰ ਹੈ ਕਿ ਉਹ ਬਹੁਤ ਜ਼ਿਆਦਾ ਜਾਣਦਾ ਵੀ ਨਹੀਂ ਸੀ ਉਹਨਾਂ ਨੂੰ, ਸਿਰਫ ਉਹਨੂੰ ਇਹ ਲੱਗਾ ਕਿ ਇਹ ਮੁਸਲਮਾਨ ਫੈਮਿਲੀ ਹੈ ਤੇ ਉਹਨੇ ਗੱਡੀ ਚੜਾ ਦਿੱਤੀ। ਇਹ ਨਸਲਵਾਦ ਦੀ ਸਿੱਧੀ ਸਿੱਧੀ ਘਟਨਾ ਹੈ ਤੇ ਕਿਵੇਂ ਨਸਲਵਾਦ ਸਧਾਰਨ ਜਿਹੜਾ ਇੱਕ ਵਿਅਕਤੀ ਹੁੰਦਾ ਉਹਨੂੰ ਹਿੰਸਕ ਬਣਾ ਦਿੰਦਾ ਹੈ, ਉਹਦੇ ਅੰਦਰ ਕਿੱਦਾਂ ਜਨੂਨ ਤੇ ਜ਼ਹਿਰ ਪੈਦਾ ਕਰ ਦਿੰਦਾ ਹੈ। ਇਹ ਇਦਾਂ ਦੀਆਂ ਘਟਨਾਵਾਂ ਤੋਂ ਪਤਾ ਲੱਗਦਾ ਜੀ। ਸੋ ਦਸਾਂਝ ਸਾਹਿਬ ਅੱਜ ਲਈ ਇੰਨਾ ਹੀ ਕਾਫੀ ਹੈ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਤੁਹਾਡੇ ਤੋਂ ਵੀ ਲੈਨੇ ਆਗਿਆ ਤੇ ਆਪਣੇ ਦਰਸ਼ਕਾਂ ਤੋਂ ਵੀ ਆਗਿਆ ਜਿਹੜੀ ਆ ਉਹ ਲੈਨੇ ਆ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਨ ਦੀ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਸ਼ੁਕਰੀਆ, ਬਹੁਤ ਮਿਹਰਬਾਨੀ। ਕਿਰਪਾ ਕਰਕੇ ਲਾਈਨ ਤੇ ਬਣੇ ਰਹਿਣਾ ਤਾਂ ਜੋ ਆਪਾਂ ਥੋੜੀ ਟੈਕਨੀਕਲੀ ਜਿਹੜੀ ਪ੍ਰੋਬਲਮ ਆ ਰਹੀ ਸੀ ਉਹਨੂੰ ਚੈੱਕ ਕਰ ਸਕੀਏ। ਬਹੁਤ ਸ਼ੁਕਰੀਆ ਜੀ ਸਾਰਿਆਂ ਦਾ, ਬਹੁਤ ਬਹੁਤ ਜੀ ਧੰਨਵਾਦ। ਥੈਂਕ ਯੂ ਜਤੀ। ਬੰਦ ਨਾ ਕਰਿਓ।